हर चैनल न्यूज़पेपर ते खबर दे विच 26 जुलाई 2014 ਨੂੰ सहारनपुर गुरुद्वारा रोड ते होए हमले, चोरी, लुट-खो, बदमाशी ਨੂੰ ਜ਼ਮੀਨੀ ਵਿਵਾਦ ਦੋ ਗੁੱਟਾਂ ਵਿੱਚ ਦੰਗੇ ਫਸਾਦ ਦਾ ਨਾਮ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਰੱਜ ਕੇ ਵੇਚਿਆ ਗਿਆ। ਪਰ ਕੀ ਇਹ ਸੱਚ ਵਿੱਚ ਦੰਗੇ ਫਸਾਦ ਸੀ? ਕੀ ਕਾਨੂੰਨੀ ਤੌਰ ਤੇ ਜ਼ਮੀਨ ਦੀ ਖਰੀਦੋ ਫਰੋਖਤ ਵਿੱਚ ਕੋਈ ਧਾਂਦਲੀ ਜਾਂ ਹੇਰਾਫੇਰੀ ਕੀਤੀ ਗਈ ਸੀ? ਕੀ ਇਹ ਹਮਲਾ ਧਾਰਮਿਕ ਸੀ ਅਤੇ ਸਿਰਫ ਗੁਰਦੁਆਰਾ ਸਾਹਿਬ ਜਾਂ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ? ਇਹ ਸਭ ਸਵਾਲਾਂ ਦੇ ਜਵਾਬ ਅਤੇ ਸਹਾਰਨਪੁਰ ਵਿੱਚ शनिवार 26 जुलाई 2014 ਨੂੰ ਹੋਏ ਇਸ ਹਮਲੇ ਦੇ ਉੱਤੇ ਖਾਸ ਰਿਪੋਰਟ ਦੇ ਨਾਲ ਅਸੀਂ ਹਾਜ਼ਰ ਹਾਂ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ 6 ਮੁੱਖ ਆਰੋਪੀਆਂ ਵਿੱਚੋਂ ਇੱਕ ਮੁਹਰਮ ਅਲੀ ਪੱਪੂ, ਜੋ ਕਿ ਇਸ ਪੂਰੀ ਘਟਨਾ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਕੀ ਹੈ ਇਸ ਸ਼ਖਸ ਦੀ ਕਹਾਣੀ? ਇਸ ਸ਼ਖਸ ਤੇ ਸ਼ਹਿਰ ਦੇ 6 ਥਾਣਿਆਂ ਵਿੱਚ 20 ਤੋਂ ਵੱਧ ਮਾਮਲੇ ਦਰਜ ਹਨ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਇੱਕ ਪੇਸ਼ਾਵਰ ਮੁਜਰਮ ਹੈ ਅਤੇ ਇਸ ਸ਼ਖਸ ਨੇ ਆਪਣੇ ਫਾਇਦੇ ਲਈ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਆਪਣੇ ਪਿੱਛੇ ਲਾਇਆ ਤੇ ਯੋਜਨਾਬੰਦ ਤਰੀਕੇ ਦੇ ਨਾਲ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ। ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਘਟਨਾ ਦੇ ਵਿੱਚ ਧਰਮ ਦੇ ਨਾਮ ਤੇ ਰਾਹੋਂ ਭਟਕੇ ਲੋਕਾਂ ਨੂੰ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਖਿਲਾਫ ਵਰਤਿਆ ਗਿਆ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਦੇ ਮੌਜੂਦ ਹੁੰਦਿਆਂ ਹੋਇਆਂ ਵੀ ਉੱਥੇ ਵੱਡੀ ਗਿਣਤੀ, ਜੋ ਕਿ ਲਗਭਗ 2000 ਲੋਕਾਂ ਦਾ ਹਜੂਮ ਸੀ, ਨੇ ਸ਼ਹਿਰ ਦੀ ਸਰਕਾਰੀ ਅਤੇ ਲੋਕਾਂ ਦੀ ਨਿੱਜੀ ਜਾਇਦਾਦ, ਜਿਸ ਵਿੱਚ ਘਰ, ਦੁਕਾਨਾਂ, ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਗੱਲ ਸਹਾਰਨਪੁਰ ਵਿੱਚ ਸਬੂਤਾਂ ਦੇ ਨਾਲ ਸਾਹਮਣੇ ਲਿਆਂਦੀ ਗਈ ਤੇ ਨਾਲ ਹੀ ਕੁਝ ਹੋਰ ਸਵਾਲਾਂ ਦੇ ਜਵਾਬ ਦਿੱਤੇ ਗਏ, ਜੋ ਕਿ ਸਾਡੇ ਤੱਕ ਸਹਾਰਨਪੁਰ ਵਿੱਚ ਮੌਜੂਦ ਸਾਡੇ ਰਿਪੋਰਟਰ ਗੁਰਤੇਜ ਸਿੰਘ ਨੇ ਸਾਡੇ ਤੱਕ ਪਹੁੰਚਾਏ। ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਪ੍ਰੈਸ ਕਾਨਫਰੰਸ ਦੀਆਂ ਕੁਝ ਝਲਕੀਆਂ, ਜਿਸ ਵਿੱਚ ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰਾਂ ਵੱਲੋਂ ਕਈ ਰਾਜ਼ ਭਰੀਆਂ ਗੱਲਾਂ ਤੋਂ ਪਰਦਾ ਚੁੱਕਿਆ ਗਿਆ। ਸਾਡੇ ਨਾਲ ਇੱਥੇ ਬੜੀ ਜ਼ਿਆਦਤੀ ਹੋਈ ਹੈ ਔਰ ਸਵੇਰੇ 3 ਘੰਟੇ ਜਿਹੜਾ ਨੰਗਾ ਨਾਚ ਇੱਥੇ ਹੋਇਆ ਹੈ। ਪਹਿਲੇ ਤਾਂ ਪਲਾਨ ਸਾਡਾ ਹੈਗਾ ਕਿ ਜਿਸ ਤਰੀਕੇ ਨਾਲ ਉਸ ਜਿਹੜੀ ਕਮੇਟੀ ਸਾਡੇ ਉੱਤੇ ਚੜ੍ਹ ਕੇ ਆਈ और ऐसा माहौल क्रिएट किया गया कि 15-15 साल के बच्चों के हाथ जोड़े इनलीगल वैपन्स जिन्होंने कट्टा बोलिया जाता है, सब तो नाम ही नहीं लेना होता, फ्लेमेबल कैमिकल जिहड़ा बंदा रोज़ा या नमाज पढ़न आ रहा है या गुरुद्वारे सवेरे कीर्तन सुनन आ रहा है, वो वैपन्स नहीं लैके आएगा। यह प्लैंड सी बिल्कुल ਇਹਦੇ ਚ LIU ਦਾ ਵੀ ਫੇਲੀਅਰ ਰਿਹਾ ਪ੍ਰਸ਼ਾਸਨ ਜਿਹੜੀ ਇਨਵੈਸਟੀਗੇਸ਼ਨ ਯੂਨਿਟ ਜਿਹੜੀ ਹੁੰਦੀ ਹੈ, ਕਿਉਂਕਿ ਉਹਨਾਂ ਦੀ ਰਿਪੋਰਟ ਪੂਰੀ ਨਾ ਜਾ ਕੇ ਤੇ ਜਿਹੜਾ ਹੈ, ਕਿਉਂਕਿ ਇਹ ਪਲਾਨਡ ਸੀ ਤੇ ਇਹਦਾ ਮਤਲਬ 1-2 ਦਿਨ ਦੀ ਤਿਆਰੀ ਨਹੀਂ ਸੀ ਤੇ ਲੋਕਲ ਇਨਵੈਸਟੀਗੇਸ਼ਨ ਯੂਨਿਟ ਐਡਮਿਨਿਸਟ੍ਰੇਸ਼ਨ। ਉਸ ਤੋਂ ਬਾਅਦ ਜਦੋਂ ਸਵੇਰੇ ਲਗਭਗ 7-7:30 ਵਜੇ ਮੋਬ ਜਿਹੜਾ ਹੈ 5-10 ਹਜ਼ਾਰ 15,000 ਦੀ ਭੀੜ, ਐਗਜ਼ੈਕਟ ਫਿਗਰ ਤਾਂ ਨਹੀਂ ਦੱਸ ਸਕਦੇ ਸੀ, ਤੇ ਉਹ 15-15 ਸਾਲ ਦੇ ਬੱਚਿਆਂ ਦੇ ਹੱਥ ਵਿੱਚ ਇਲਲੀਗਲ ਵੈਪਨਸ, ਕੈਮੀਕਲਸ, ਫਲੇਮੇਬਲ ਸਪੈਸ਼ਲ ਕੋਈ ਕੈਮੀਕਲ ਐਸਾ ਅੱਜ ਪਹਿਲੀ ਵਾਰੀ ਪ੍ਰੋਡਿਊਸ ਹੋਇਆ ਹੈ, ਇਹ ਸਾਡੇ ਸਾਹਮਣੇ ਆਇਆ ਕਿ ਜਿਹੜਾ 2 ਦਿਨ ਦਾ ਹੋਰ ਅੱਗ ਲੱਗਦੀ ਉਹਦੇ ਨਾਲ ਸੈਲਫ ਬਰਨ ਹੁੰਦਾ, ਆਪਣੇ ਆਪ ਸੁੱਟ ਤੇ ਸਾਰੀ ਅੱਗ ਲੱਗਦੀ। ਨੰਬਰ 3 ਉਹਨਾਂ ਦੇ ਹੱਥ 'ਚ ਹਥਗੋਲੇ ਤੇ ਪੱਥਰ, ਰੋੜੇ, ਜਿਸ ਤਰੀਕੇ ਨਾਲ ਤਾਦਾਦ ਔਰ ਜਿਸ ਤਰੀਕੇ ਨਾਲ ਹਥਿਆਰਾਂ ਦਾ ਉਹ ਮੋਬ ਨੇ ਇਸਤੇਮਾਲ ਕੀਤਾ ਹੈ, ਉਹਦੇ ਨਾਲ ਇਹ ਦਰਸਾਇਆ ਕਿ ਉਹ ਬਿਲਕੁਲ ਪਲਾਨਡ ਸੀ। ਔਰ 3 ਘੰਟੇ 3.5 ਘੰਟੇ ਕਿੰਨੇ ਵਜੇ ਹੋਇਆ? ਲਗਭਗ 7:30-8 ਵਜੇ ਦੀ ਗੱਲ ਹੈ। ਪਹਿਲੇ 3:30 ਵਜੇ ਪਹਿਲੇ 4 ਵਜੇ ਪਹਿਲੇ ਸਵੇਰੇ, ਲੇਕਿਨ ਉਹਦੇ 'ਚ ਕੋਈ ਸਾਡੇ ਬੰਦੇ ਸੀ, ਉਹਨਾਂ ਨੇ ਕਰਕੇ ਤੇ 4 बजे पहले वो आए, 4 बजे अंदर कंस्ट्रक्शन वगैरह कुछ नहीं हो रही थी, हो चुकी है। ਜਿਹੜੇ ਸੇਵਾਦਾਰ ਸੀ ਉਹ ਨਿਕਲੇ ਬਾਹਰ ਤੇ ਉਹਨਾਂ ਨੂੰ ਭਜਾਇਆ। ਲੇਡੀ ਸਫਾਈ ਰਿਕਸ਼ਾ ਵਾਲੇ ਨੂੰ ਮਾਰ ਦਿੱਤਾ, ਰਿਕਸ਼ੇ ਵਾਲੇ ਦਾ ਸਿਰ ਫਾੜਿਆ ਉਹਨਾਂ ਨੇ, ਤੇ ਉਸ ਤੋਂ ਬਾਅਦ ਸੇਵਾਦਾਰ ਨੇ ਬੋਲੇ ਤੇ ਪੁਲਿਸ ਨੇ ਉਹਨੂੰ ਥੋੜਾ ਪਿੱਛੇ ਕੀਤਾ। ਇੱਕ ਲੇਡੀ ਸਵੇਰੇ ਰੋਜ਼ ਆਉਂਦੀ ਹੈ, ਹਾਂ ਪੁਲਿਸ ਨਾਲ ਸੀ, ਪਹਿਲੇ ਪੁਕਾਨੇ ਗਏ, ਉਹਦੇ ਨਾਲ ਪੁਲਿਸ ਨਾਲ ਲੈ ਕੇ ਇੱਕ ਲੇਡੀ ਆਂਦੀ ਸਵੇਰੇ ਆਂਦੇ ਨਾ ਆਂਦੀ ਹੈ, ਉਹ ਦੂਰੋਂ ਆਉਂਦੇ ਤਾਂ ਰਿਕਸ਼ੇ ਤੇ ਆਉਂਦੇ
ਤੇ ਉਹ ਲੇਡੀ ਨੂੰ ਨਾਲ ਵੀ ਬਦਤਮੀਜੀ ਦੋ ਚਾਰ ਜਿਹੜੇ ਹੁੰਦੇ ਨੇ ਐਸੇ ਤੱਤ ਜਿਹੜੇ ਕੁਝ ਐਸਾ ਨਹੀਂ ਹੈ ਕਿ ਸਮਾਜ ਵਿੱਚ ਅੱਛੇ ਲੋਕ ਵੀ ਹੁੰਦੇ ਨੇ, ਉਹਨਾਂ ਨੇ ਰੋਕਿਆ ਹੋਣਾ ਹੈ ਤੇ ਉਹਨਾਂ ਨੇ ਫਿਰ ਉਹ ਰਿਕਸ਼ੇ ਵਾਲਾ ਦਾ ਸਿਰ ਫਾੜਿਆ ਪਹਿਲੇ। ਲੇਡੀ ਨੇ ਘਬਰਾ ਕੇ ਅੰਦਰ ਆਈ, ਉਹਨਾਂ ਨੂੰ ਅਸੀਂ ਖੈਰ ਸ਼ੈਲਟਰ ਦਿੱਤਾ, ਉਹਨਾਂ ਨੂੰ ਖੁੱਲਾ ਦਿੱਤਾ, ਪਾਣੀ ਪੂਣੀ ਪਿਆਇਆ। ਜਿਹੜੀ ਭੀੜ ਸਵੇਰੇ ਆਈ ਸੀ ਉਹ ਬਚ। ਉਸ ਤੋਂ ਬਾਅਦ ਉੱਥੇ ਥਾਣਾ ਪੈਂਦਾ ਜੀ ਬਿਲਕੁਲ, ਥਾਣੇ ਦੇ ਕੋਲ ਹੌਲੀ ਹੌਲੀ ਉਹਨਾਂ ਦੀ ਤਾਦਾਦ ਇਕੱਠੀ ਹੁੰਦੀ ਗਈ। ਫਿਰ ਉਹਨਾਂ ਦੇ ਜਿਹੜੇ ਸਿਆਸੀ ਲੀਡਰਾਂ ਨੇ, ਇੱਕ ਜਿਹੜਾ ਸੋ ਕੋਲ ਮੁਹੰਮਦ ਅਲੀ ਤੁਸੀਂ ਦੇਣਾ ਕਿ ਜਿਹੜੀ ਸਿੱਖੀ ਸ਼ੇਖ ਸਾਹਿਬ ਦੀ ਰਿਪੋਰਟ ਅੱਜ ਦੀ 2 ਸਾਲ ਪਹਿਲੇ ਦੀ, ਸ਼ਾਸਨ ਨੇ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਹ 2 ਸਾਲ ਤੋਂ ऐसा पेशेवर कुख्यात आदमी खुला छोड़ रखा है और उन्हें धार्मिक भावनाओं भड़का के असं नहीं कहते भी सारा समाज गलत है उन्होंने जो रोज़ा या नमाज पढ़ना आ रहा है वैसी इंटेंशन का नहीं आ रहा, लेकिन धार्मिक भावनाओं भड़का के उन्होंने लीडरान जोड़े भी सी जो अपने आप को मनते हैं उन्होंने बरगला के इतने गुरुद्वारा साहब से हमला करवाया। साड़ी तादाद उस वे मतलब सवेरे 4-5 बजे कौन उठता है, ਜਿਹੜੇ ਲੋਕ ਰੂਟੀਨ 'ਤੇ ਆਉਣ ਵਾਲੇ ਨੂੰ ਹੀ ਆਉਂਦੇ ਨੇ, ਬਾਕੀ ਲੋਕ ਸੁੱਤੇ ਹੁੰਦੇ ਨੇ ਸਵੇਰੇ। ਅਤੇ ਉਹ ਸਾਡੀ ਤਾਦਾਦ ਇੱਥੇ ਹੈ ਨਹੀਂ ਸੀ। ਡਿਫੈਂਸ ਵੀ ਉਹ ਵੀ ਅਸੀਂ ਪ੍ਰੋਪਰ ਵੇਲੇ ਪ੍ਰਸ਼ਾਸਨ ਜਿਹੜਾ ਹੈ ਫਿਰ 3.5 ਘੰਟੇ ਤੱਕ ਸੜਕਾਂ 'ਤੇ ਨੰਗਾ ਨਾਚ ਹੁੰਦਾ ਰਿਹਾ। ਦੁਕਾਨਾਂ ਨੂੰ ਅੱਗ ਲਗਾਈ ਗਈ, ਦੁਕਾਨਾਂ ਲੁੱਟੀਆਂ, ਪਹਿਲੇ ਲੋਕਾਂ ਨੂੰ ਮਾਰਿਆ ਪਿੱਟਿਆ ਗਿਆ। ਸਾਡੇ 2 ਭਰਾ ਫਾਇਰ ਬ੍ਰਿਗੇਡ ਦੇ ਕੋਲ ਘਾਇਲ ਅਵਸਥਾ 'ਚ ਮਿਲੇ, ਉਹਨਾਂ ਨੂੰ ਅਸੀਂ ਕਿਸੇ ਦੇ ਸਟਾਫ ਨੂੰ ਭੇਜ ਕੇ ਆਪ ਨਾ ਜਾ ਕੇ ਸਟਾਫ ਨੂੰ, ਸਾਡੇ ਮੇਰੇ ਫਰੈਂਡ ਸੀ ਉਹਨਾਂ ਦੇ ਹੋਟਲ ਦੇ ਸਟਾਫ ਨੂੰ ਭੇਜ ਕੇ ਉਹਨੂੰ ਸਿਵਲ ਹਸਪੀਟਲ 'ਚ ਪਹੁੰਚਾਇਆ। ਕਈ ਘਟਨਾਵਾਂ ਫਿਰ ਇਹਨਾਂ ਨੇ ਇੱਕ ਗੋਲੀ ਮਾਰੀ ਬੰਦੇ ਨੂੰ, ਆਪਣੇ ਕਾਰੋਬਾਰ ਤੋਂ ਆ ਰਿਹਾ ਸੀ ਉਹ, ਸਵੇਰੇ ਉਹਦੀ ਡੈਥ ਵੀ ਹੋ ਗਈ। ਅਤੇ 3-3.5 ਘੰਟੇ ਪੂਰਾ ਨੰਗਾ ਨਾਚ ਹੋਇਆ ਜੀ। ਔਰ ਅਸੀਂ ਮੂਕ ਦਰਸ਼ਕ ਰਿਹਾ ਪ੍ਰਸ਼ਾਸਨ, ਔਰ ਅਸੀਂ ਉਹਨਾਂ ਹਾਲਾਤਾਂ 'ਚ ਆਪਣੇ ਆਪ ਨੂੰ ਐਸਾ ਮਹਿਸੂਸ ਕਰ ਰਹੇ ਸੀ ਠੱਗਿਆ ਜਾ ਵੀ ਸੀ ਕਿ ਆਪ ਪਾਕਿਸਤਾਨ ਇੱਥੇ ਨਹੀਂ ਬੈਠੇ। ਥਾਣੇ 'ਚ ਵੜ ਕੇ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਬੋਲਿਆ। ਫਿਰ ਉੱਥੇ ਥਾਣੇ ਵਿੱਚ ਜਦੋਂ ਭੀੜ ਜ਼ਿਆਦਾ ਇਕੱਠੀ ਹੋਈ ਤੇ SI ਨੇ ਕਹਿੰਦੇ ਮੈਂ ਉੱਥੇ ਗੋਲੀ ਗਾਲੀ ਚਲਾਈ ਹੈ, ਤੇ ਉਹ ਉੱਥੇ ਫਿਰ ਉਹਨਾਂ ਨੇ ਰਿਐਕਸ਼ਨ ਵਿੱਚ ਇੱਕ ਪੁਲਿਸ ਵਾਲੇ ਨੂੰ ਵੀ ਗੋਲੀ ਮਾਰੀ ਥਾਣੇ 'ਚ ਵੜ। ਜਿਹੜੇ ਹਥਿਆਰ ਉਹਨਾਂ ਦੇ ਹੱਥਾਂ ਵਿੱਚ ਸੀ, ਜਿਹੜਾ ਜ਼ਖੀਰਾ ਹਥਿਆਰਾਂ ਦਾ ਉਹਨਾਂ ਦੇ ਕੋਲ ਹੈ, ਉਹਨਾਂ ਹਥਿਆਰਾਂ ਨੂੰ ਪੂਰੇ ਟਾਈਟ ਸਰਚ ਆਪਰੇਸ਼ਨ ਚਲਾ ਕੇ, ਚਾਹੇ ਮਿਲਟਰੀ ਲਾਈ ਜਾਏ, ਚਾਹੇ ਪੈਰਾਮਿਲਟਰੀ, ਚਾਹੇ BSF ਜਾਂ ਸੈਂਟਰ CRPF ਲਗਾ ਕੇ ਉਹਨਾਂ ਹਥਿਆਰਾਂ ਨੂੰ ਬਰਾਮਦ ਕੀਤਾ ਜਾਏ, ਤਾਂ ਕਿ ਕੱਲ੍ਹ ਨੂੰ ਸਾਡੀ ਜਿਹੜੀ ਸੁਰੱਖਿਆ ਹੈ, ਸਾਡੇ ਬੱਚਿਆਂ ਦੀ ਸੁਰੱਖਿਆ, ਸਾਡੇ ਬੱਚਿਆਂ ਨੇ ਸਕੂਲ ਜਾਣਾ ਹੈ, ਸਾਡੇ ਕਾਰੋਬਾਰ ਉਸੇ ਇਲਾਕੇ 'ਚ ਨੇ, ਸਾਨੂੰ ਇੱਕ ਭੈ ਮੁਕਤ ਵਾਤਾਵਰਣ ਦਿੱਤਾ ਜਾਏ। ਉਹ ਸਰਚ ਆਪਰੇਸ਼ਨ ਚਲਾ ਕੇ ਤਾਂ ਕਿ ਉਹਨਾਂ ਦੇ ਘਰਾਂ 'ਚੋਂ ਜ਼ਖੀਰਾ ਬਰਾਮਦ ਕੀਤਾ ਜਾਏ, ਔਰ ਜਿਹੜੇ ਇਨਲੀਗਲ ਵੈਪਨਸ ਰੱਖੇ ਹੋਏ ਨੇ, ਜਿਹੜੀਆਂ ਐਕਟਸ ਲੱਗਦੇ ਨੇ, ਉਹਨਾਂ ਐਕਟਸ ਦੇ ਅੰਦਰ ਉਹਨਾਂ ਨੂੰ ਅਰੈਸਟਿੰਗ ਕੀਤੀ ਜਾਏ। ਔਰ ਜਿਹੜਾ ਮਾਲ ਉਹ ਦੁਕਾਨਾਂ ਤੋਂ ਲੁੱਟ ਕੇ ਲੈ ਗਏ, ਉਸ ਮਾਲ ਨੂੰ ਵੀ ਸਾਡੀ ਪੁਰਜੋਰ ਡਿਮਾਂਡ ਹੈ ਕਿ ਬਰਾਮਦ ਕੀਤਾ ਜਾਏ। ਤੁਸੀਂ ਪੰਜਾਬ ਤੋਂ ਬਿਲੋਂਗ ਹੋ, ਗੁਰਦੁਆਰਾ ਸਾਹਿਬ ਵਿੱਚ ਜਿਹੜੇ ਵੀ ਨਿਰਮਾਣ ਜਾਂ ਜਿਹੜਾ ਸਿਸਟਮ ਜਾਂ ਲੰਗਰ ਚੱਲਦਾ ਹੈ ਜਾਂ ਫ੍ਰੀ ਡਿਸਪੈਂਸਰੀ ਚੱਲਦੀ ਹੈ, ਉਹ ਦਾਨ ਦੇ ਪੈਸੇ ਨਾਲ ਚੱਲਦੀ। ਜਿਵੇਂ ਸਾਡੇ ਕੋਲ, ਸਾਡੀ ਪ੍ਰਬੰਧਕ ਕਮੇਟੀ ਕੋਲ ਫੰਡ ਰੇਜ਼ ਹੁੰਦੇ ਨੇ, ਉਸ ਹਿਸਾਬ ਨਾਲ ਆਪਣੀ ਥੋੜੀ ਕੰਸਟਰਕਸ਼ਨ, ਕਦੀ ਕੁਝ ਮੰਗਾ ਲਿਆ, ਕਦੀ ਕੋਰਟ ਕੇਸ ਚੱਲ ਰਿਹਾ ਸੀ ਨਾ, ਕੋਰਟ ਕੇਸ ਕੋਰਟ ਵਿੱਚ ਪੈਂਡਿੰਗ ਨਹੀਂ ਹੈ। ਅਸੀਂ ਤੁਹਾਨੂੰ ਐਵੀਡੈਂਸ ਦੇਵਾਂਗੇ ਉਸ ਬੰਦੇ ਦਾ ਜਿਹੜਾ ਸੋ-ਕਾਲਡ जिनका नाम आ रहा है, जो हम जजमेंट है, जजमेंट मुझे प्रार्थना पत्र प्राप्त हुआ, उस प्रार्थना पत्र की जांच की छाया प्रति आपको सूचना गोपनीय रिपोर्ट भेजी राष्ट्रपति जी ने। कितने भेजी जी? नगर मजिस्ट्रेट साहब, ठीक है जी। मली पप्पू पता लगा ना बंदे का नाम? पता लगा है कि कोई नामक पूर्व सभासद, जरा ध्यान देना शब्द, जो कि एक कुख्यात पेशेवर नेता वह सांप्रदायिक सौहार्द भंग करने वाला व्यक्तियों में शामिल है, ठीक है जी। इस संबंध में मोहम्मद अली पप्पू सवे को पर्दे के पीछे रखकर अब्दुल वहाब नामक मजदूर पेशा पेश किया गया, क्योंकि मोहम्मद अली पप्पू के विरुद्ध इन धाराओं में थाने की नई जरा थाना जनकपुरी, थाना कुतुबशेर, थाना मंडी, CGM, थाना चिलकाना, फतेहपुर, CCR व कुतुबशेर व मंडी पर अन्य मुकदमे कायम, 6 थाने 20 मुकदमे कायम ने इस शख्स के ऊपर, और स्पष्ट कर रहे हैं कि यह कुख्यात पेशेवर है 2011। इसी के चलते सव्यवादी ना बनकर आप नहीं बनया, मोहर्रम मौलवी पप्पू ने अब्दुल वहाब को वादी बनाकर यह बात दायर किया, झूठा। स्पष्ट हो गया। गुरनाम सिंह जी 77 का जिक्र है, उस वे 77 से जनरल सैकटरी समझो।
विवेचना हुई और तथा प्रकरण माननीय उच्च न्यायालय में भी विचाराधीन है। वो जरा केस जरा सी जीते हैं उसी उस वेले ऑन प्रोसेस थी। अब तक की जांच से हम ध्यान देना, अब तक की जांच से मौके पर मस्जिद का होना नहीं पाया और न ही मस्जिद के संबंध में अन्य मुस्लिम समुदाय के लोगों ने आवाज़ दरअसल फिर उन्हें अपना एक अलग रूप ਇਹਦੇ ਨਾਲ ਅਸੀਂ ਬਿਲਕੁਲ ਕਲੀਅਰ ਹਾਂ। ਸਿੱਖ ਸਮਾਜ ਨੂੰ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ, ਡਿਸਿਪਲਿਨ ਕੌਮ ਹੈ, ਕਿਸੇ ਦਾ ਦਿਲ ਦੁਖਾ ਕੇ ਕੋਈ ਵੀ ਕੰਮ ਐਸਾ ਨਹੀਂ ਕਰਨਾ ਚਾਹੁੰਦੀ ਜਿਹਦੇ ਨਾਲ ਕਿਸੇ ਦੀ ਭਾਵਨਾਵਾਂ ਦੁਖੀ ਹੋਣ। ਅਸੀਂ ਉਹ ਲੋਕ ਹਾਂ, ਗੁਰੂ ਸਾਹਿਬ ਨੇ ਸਾਨੂੰ ਇਸ ਤਰੀਕੇ ਨਾਲ ਜੀਣਾ ਸਿਖਾਇਆ ਹੈ ਕਿ ਦੂਜੇ ਦੀ ਸੇਵਾ ਕਰਕੇ, ਦੂਜੇ ਦਾ ਸਿਸਟਮ ਬਣਾ ਕੇ ਇਸ ਤਰੀਕੇ ਨਾਲ ਆਪਣੇ ਜੀਵਨ ਨੂੰ ਗੁਜ਼ਾਰਨਾ ਹੈ ਕਿ ਸਮਾਜ ਨੂੰ ਵੀ ਚੜ੍ਹਦੀ ਕਲਾ 'ਚ ਲੈ ਜਾਣਾ ਅਤੇ ਆਪ ਵੀ ਚੜ੍ਹਦੀ ਕਲਾ 'ਚ ਜਾਣਾ, ਚਾਹੇ ਉਹ ਮੁਸਲਿਮ ਹੋਣ, ਚਾਹੇ ਉਹ ਸਿੱਖ ਹੋਣ, ਚਾਹੇ ਉਹ ਹਿੰਦੂ ਹੋਣ। ਅਸੀਂ 3 ਇੰਸਟੀਟਿਊਸ਼ਨ ਚਲਾ ਰਹੇ ਹਾਂ। ਇਹ ਪੈਰੈਂਟਲ ਬੋਡੀ ਸਾਡੀ ਸੰਸਥਾ ਹੈ, ਗੁਰੂ ਨਾਨਕ ਇੰਟਰ ਕਾਲਜ ਫॉर ਬॉयਜ਼ ਫॉर गर्ल्स, ਗੁਰੂ ਨਾਨਕ ਇੰਟਰ ਕਾਲਜ ਫॉर गर्ल्स ਔਰ ਇੱਕ GTB ਗੁਰੂ ਤੇਗ ਬਹਾਦਰ ਪਬਲਿਕ ਸਕੂਲ CBSE। ਸਾਡੇ ਗਰਲਸ ਕਾਲਜ ਦੇ ਅੰਦਰ 3000 ਬੱਚੀਆਂ ਪੜ੍ਹਦੀਆਂ, 1500 ਬੱਚੀਆਂ ਮੁਸਲਿਮ ਨੇ ਸਾਡੇ ਕੋਲ। ਬੱਚੀਆਂ ਇਹਨਾਂ ਦੀ ਨਹੀਂ, ਸਾਡੀਆਂ ਨੇ। ਜਦੋਂ ਸਾਡੇ ਕੋਲ ਆ ਜਾਂਦੀਆਂ ਤਾਂ ਸਾਡੀਆਂ ਹੋਣਗੀਆਂ। ਔਰ ਸਾਡੇ ਤੇ ਐਡਮਿਸ਼ਨ ਦੇ ਦਿਨਾਂ 'ਚ ਇੰਨਾ ਦਬਾਅ ਹੁੰਦਾ ਹੈ ਇਸ ਕਮਿਊਨਿਟੀ ਦਾ ਕਿ ਸਾਡੇ ਐਡਮਿਸ਼ਨਸ ਕਰੋ, ਕਿਉਂਕਿ ਇਹ ਸਮਝਦੇ ਨੇ ਕਿ ਸਿੱਖ ਮੈਨੇਜਮੈਂਟ ਦੇ ਕਾਲਜ 'ਚ ਜਾ ਕੇ ਸਾਡੀਆਂ ਬੱਚੀਆਂ ਘਰ ਦੇ ਮਾਹੌਲ 'ਚ ਚਲੀ ਜਾਣ। ਅਸੀਂ ਐਵੇਂ ਟਰੀਟ ਕਰਨੇ ਆ। ਪਿਛਲੇ ਲਗਭਗ 40 ਸਾਲਾਂ ਤੋਂ ਸਾਡਾ ਸਕੂਲ ਚੱਲ ਰਿਹਾ। 1500 ਬੱਚੀਆਂ ਅਸੀਂ ਇਹਨਾਂ ਦੀ ਕਮਿਊਨਿਟੀਜ਼ ਦੀਆਂ ਪੜ੍ਹਾ ਰਹੇ ਹਾਂ। ਫ੍ਰੀ ਡਿਸਪੈਂਸਰੀ ਚੱਲ ਰਹੀ ਹੈ। ਰੈਨਬੈਕਸੀ ਔਰ ਕੈਡੀਲਾ ਦੀ ਟੌਪ ਮੋਸਟ ਕੰਪਨੀਆਂ ਜਿੰਨੀਆਂ ਵੀ ਨੇ ਉਹਨਾਂ ਦੀਆਂ ਦਵਾਈਆਂ ਪ੍ਰੋਵਾਈਡ ਕਰਾਈਆਂ ਜਾਂਦੀਆਂ, ਜਿਹਦੇ 70% ਮੋਮਡਨ ਕਮਿਊਨਿਟੀ ਸਾਡੇ ਕੋਲ ਦਵਾਈਆਂ ਲੈਣ ਆਉਂਦੀ। क्या ਅਸੀਂ 5000 ਗਜ ਦੀ ਜਗ੍ਹਾ ਵਿੱਚ 50 ਗਜ ਦੇ ਪਿੱਛੇ ਐਸਾ ਮਾਹੌਲ ਕ੍ਰੀਏਟ ਕਰਾਂ? ਇਸ ਤੋਂ ਇਲਾਵਾ ਇੰਗਲਿਸ਼ ਮੀਡੀਅਮ ਸਕੂਲ ਹੈ, ਬॉयਜ਼ ਸਕੂਲ ਹੈ। ਤੇ ਸਾਡਾ ਜਿਹੜਾ ਏਮ ਹੈ ਉਹ ਸਮਾਜ ਦੀ, ਕੌਮ ਦੀ, ਦੇਸ਼ ਦੀ ਸੇਵਾ ਕਰਨਾ ਹੈ। ਸਿੱਖ ਕਮਿਊਨਿਟੀ ਇੰਡੀਆ ਦਾ ਇਨਕਮ ਟੈਕਸ ਦਾ 30% ਪੇ ਕਰਦੀ ਹੈ, ਕਿਉਂਕਿ ਅਗਰ ਅਸੀਂ ਆਪ ਇੱਥੇ ਜਾਣਾ ਸਮਝਨੇ ਜਾਣਦੇ ਹਾਂ तो उनके नाल असीं कौम की तरक्की के वास्ते भी, समाज की तरक्की के वास्ते भी और देश की तरक्की के वास्ते भी बहुत कुछ सोचते हैं। दसो तुहाडे लोग जदों फ्लैश होया उदों कोई भी लोकल बंदे की कोई पहचान हुई कि सारे मीडिया के अंदर डायरैक्ट अखबारां सारियां फोटोज ने, सारियां फोटो लोकल सी, मतलब बाहरों नहीं आए सी, बाहरों कोई बंदा नहीं लगता भी बाहरों आया हो। ਇਹਨਾਂ ਦੀ ਇੰਨੀ ਤਾਦਾਦ ਹੀ ਹੈ ਇੱਥੇ, ਇੰਨੀ ਬਾਹਰੋਂ लोड़ की है जी। ਅਗਰਵਾਲ ਕੋਲ ਵੀ ਉਹਨੇ 40-50 ਸਾਲ ਪਦਮ ਪ੍ਰਕਾਸ਼ ਦੀ ਡੈਥ ਹੋ ਚੁੱਕੀ ਸੀ। ਉਹਨਾਂ ਦੇ ਅੱਗੇ ਵਾਰਿਸਾਨ ਸੀ, ਉਹਨਾਂ ਦੇ ਬਿਟੀਆ ਸੀ, ਉਹਨਾਂ ਦੇ ਦਮਾਦ ਸੀ। ਉਹ ਐਸਾ ਪ੍ਰੋਸੈਸ ਹੈ ਪੂਰਾ। ਉਹ ਫਿਰ ਤੁਹਾਨੂੰ ਉਹ ਸਿੱਧਾ ਸੀ ਮੁਸਲਮਾਨ ਬੋਲੀ ਲੇਕਿਨ 50 ਸਾਲ ਮੈਂ ਦੇ ਦਾਂਗਾ ਤੁਹਾਨੂੰ। ਹਿੰਦੁਸਤਾਨ ਦੇ ਅੰਦਰ ਜਿਹੜੀ ਨਿਆਂਪਾਲਿਕਾ ਹੈ ਉਹ ਸਭ ਤੋਂ ਸਰਵੋੱਚ ਹੈ। ਨਿਆਂਪਾਲਿਕਾ ਨੂੰ ਮੈਂ ਵੀ ਮੰਨਣਾ ਹੈ, ਤੁਸੀਂ ਵੀ ਮੰਨਣਾ ਹੈ, ਐਡਮਿਨਿਸਟ੍ਰੇਸ਼ਨ ਨੇ ਵੀ ਮੰਨਣਾ ਹੈ ਔਰ ਸਭ ਨੇ ਮੰਨਣਾ ਹੈ। ਅਸੀਂ 64 'ਚ ਵੀ ਜਦੋਂ ਉਸ ਵੇਲੇ ਦਾ ਮਾਮਲਾ ਉਸ ਵੇਲੇ ਵੀ ਗਿਆ, ਉਹ ਵੀ ਰਿਲੀਫ ਉਹਨਾਂ ਨੂੰ ਮਿਲਿਆ। ਅਤੇ ਅਸੀਂ ਜਦੋਂ 2011 ਦੇ ਵਿੱਚ ਗਏ ਹਾਂ ਕੋਰਟ ਦੇ ਅੰਦਰ, ਅਤੇ ਉਹ ਡਿਸੀਜ਼ਨ ਸਾਡਾ 2013 ਦਾ ਹੋਇਆ। डिस्ट्रिक्ट जज अनिरुद्ध राय, अपर जिला न्यायाधीश, एक्स कैडर 2। ठीक है, यह निर्देश मेरे द्वारा हस्ताक्षर करके खुले में न्यायालय में सुनाया गया। ठीक है, ऐसे आदेश देता है वादी का वाद प्रतिवादीगण के विरुद्ध आज्ञप्त किया जाता है। इस द्वारा जरिए स्थायी निषेधाज्ञा विरुद्ध प्रतिवादीगण को आदेशित किया जाता है कि विवादित संपत्ति में वादी के कब्जा स्थल व भव्य गुरुद्वारा निर्माण करने में सवे अथवा परोक्ष रूप से किसी प्रकार का हस्तक्षेप न करें। हो गया इसमें हूँ इस तदनुसार डिग्री तैयार की जाए। मतलब सानू जरा एक मिनट सुन लो पहले पूरी ये लास्ट ऑर्डर है जी कोर्ट। इस बाद जड़ा वो बंदा सी सो कोल्ड जिन्होंने इन्हें मतवली बनाया सी अब्दुल वहाब, उनकी डेथ हो गई। मतलब डेथ होने तो बाद इन्हें 2 महीने बाद अपील ही चला गया जाना, खर्चा खुर्चा और पैरवी का ही कर रहा सी ना। एक मिनट पैरवी कर रहा सी, उनके नाँ तो ही हाई कोर्ट चला गया। उनके फर्जी साइन करके मरो उनके फर्जी साइन करके उत्थे चला गया। तो जान तो बाद सानू पता लगा, असी उनका डेथ सर्टिफिकेट करवाया। जो मर चुका सी तो उनका डेथ सर्टिफिकेट सानू मिल गया। इनू पता लग्या तो कि भी इन्हों उनके डेथ सर्टिफिकेट का पता लग गया। इन्हें वो अपनी अपील जी है वो वापस ले
ਤੇ ਅੱਜ ਦੇ ਸਿਸਟਮ ਵਿੱਚ ਕੋਈ ਵੀ ਸਾਡਾ ਕੇਸ ਕਿਸੇ ਕੋਰਟ ਵਿੱਚ, ਕੋਈ ਜੁਡੀਸ਼ਰੀ, ਕੋਈ ਕਿਸੇ ਵੀ ਚੀਜ਼ ਕੋਈ ਪੈਂਡਿੰਗ ਨਹੀਂ। ਸਾਡੀ ਇਹ ਜ਼ਮੀਨ ਕਿਸੇ ਵੀ ਤਰੀਕੇ ਨਾਲ ਵਿਵਾਦਿਤ ਨਹੀਂ ਹੈ। ਸਿੰਘ ਸਭਾ ਗੁਰਦੁਆਰਾ ਸਾਹਿਬ ਨੇ 2 ਸਾਲ ਪਹਿਲੇ ਉੱਥੇ ਗੁਰਦੁਆਰਾ ਸਾਹਿਬ ਨਾਲ ਜ਼ਮੀਨ ਖਰੀਦੀ ਤੇ ਉਹ ਜ਼ਮੀਨ ਵਿੱਚ ਅਸੀਂ ਆਪਣੀ ਬਿਲਡਿੰਗ ਬਣਾਉਣਾ ਚਾਹੁੰਦੇ ਸੀ, ਜਿਸ ਵਿੱਚ ਇਹਨਾਂ ਲੋਕਾਂ ਨੇ ਕੁਝ ਚੰਦ ਲੋਕਾਂ ਨੇ ਇਤਰਾਜ਼ ਕੀਤਾ। ਉੱਥੇ ਕੁਝ ਪੈਸੇ ਖਾਣ ਦੇ ਚੱਕਰ ਵਿੱਚ ਕੁਝ ਜਿਹੜੇ ਏਜੰਟ ਲੋਕ ਦਲਾਲ ਹਨ ਇਹਨਾਂ ਲੋਕਾਂ ਦੇ, ਉਹ ਪੈਸੇ ਖਾਣ ਦੇ ਚੱਕਰ ਵਿੱਚ ਕਿ ਸਾਨੂੰ ਕੁਝ ਪੈਸਾ ਮਿਲ ਜਾਵੇ ਉੱਥੋਂ, ਉਸ ਬਾਰੇ ਇਹਨਾਂ ਨੇ ਸਾਡਾ ਗੁਰਦੁਆਰਾ ਸਾਹਿਬ ਬਿਲਡਿੰਗ ਰੋਕ ਦਿੱਤੀ। ਤੇ ਰੋਕਣ ਤੋਂ ਬਾਅਦ ਇਹਨਾਂ ਨੇ ਦੁਨੀਆ ਭਰ ਦੇ ਪੰਗੇ ਪਾਤੇ ਕਿ ਇੱਥੇ ਮਸਜਿਦ ਸੀ, ਜਦ ਕਿ ਮਸਜਿਦ ਨਾਮ ਜੀ ਜਦੋਂ ਅਗਰਵਾਲ ਕੋਲ ਜ਼ਮੀਨ ਸੀ ਉਸ ਟਾਈਮ ਇਹਨਾਂ ਨੂੰ ਕੋਈ ਉੱਥੇ ਮਸਜਿਦ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ। ਉਸ ਟਾਈਮ ਇਹਨਾਂ ਪੰਗੇ ਕਿਉਂ ਨਹੀਂ ਪਾਏ? ਜਿਸ ਟਾਈਮ ਇਹ ਜ਼ਮੀਨ ਸਿੰਘ ਸਭਾ ਨੇ ਅਗਰਵਾਲ ਕੋਲ ਖਰੀਦੀ ਤਾਂ ਇਹਨਾਂ ਨੇ ਕੁਝ ਲੋਕਾਂ ਨੇ ਪੰਗੇ ਤਾਂ ਪਾਏ ਕਿ ਸਾਨੂੰ ਪੈਸੇ ਮਿਲ ਜਾਣ ਉੱਥੋਂ, ਕੁਝ ਸਾਰੇ ਹਿਸਾਬ ਬਣ ਜਾਏ ਪੈਸਿਆਂ ਦਾ, ਤੇ ਪੈਸੇ ਨਹੀਂ ਮਿਲੇ ਤਾਂ ਇਹਨਾਂ ਨੇ ਕੋਰਟ ਚਲੇ ਗਏ। ਕੋਰਟ ਜਾ ਕੇ ਇਹ ਕਹਿ ਦਿੱਤਾ ਕਿ ਸਾਡੇ ਕੋਲ ਇੱਥੇ ਮਸਜਿਦ ਸੀ, ਉੱਥੇ ਮਸਜਿਦ ਨਾ ਦਾ ਡਰਾਮਾ ਕਰਨ ਦੇ ਚੱਕਰ 'ਚ ਪੈਸਾ, ਸਿਰਫ ਪੈਸੇ ਦੇ ਚੱਕਰ 'ਚ ਇਸ ਵੇਲੇ ਦੁਨੀਆ ਭਰ ਦੇ ਵਿੱਚ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਲੋਕਾਂ ਦੇ ਦਿਲ ਵਿੱਚ ਉੱਠ ਰਹੇ ਸਵਾਲਾਂ ਦੇ ਜਵਾਬ ਲੱਭਣ ਲਈ ਅਤੇ ਇਸ ਘਟਨਾ ਬਾਰੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਸਾਡੇ ਚੈਨਲ ਵੱਲੋਂ ਇਹ ਕੋਸ਼ਿਸ਼ ਕੀਤੀ ਇਹ ਜਾਣਨ ਦੀ ਕਿ ਇਸ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ, ਜਿੱਥੇ ਦੰਗਾਕਰਤਾਵਾਂ ਵੱਲੋਂ ਸਭ ਤੋਂ ਪਹਿਲਾਂ ਫਾਇਰ ਸਟੇਸ਼ਨ ਤੇ ਜਾ ਕੇ ਤੋੜ ਭੰਨ ਕੀਤੀ ਗਈ ਤੇ ਉੱਥੇ ਅੱਗ ਲਗਾ ਦਿੱਤੀ ਗਈ ਤਾਂ ਜੋ ਕਿ ਸ਼ਹਿਰ ਦਾ ਮਾਹੌਲ ਖਰਾਬ ਹੋਣ ਤੇ ਅੱਗ ਬੁਝਾਉਣ ਵਾਲਾ ਅਮਲਾ ਕੋਈ ਮਦਦ ਨਾ ਕਰ ਸਕੇ। ਔਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਮਨਸੂਬੇ ਪੂਰੇ ਵੀ ਹੋਏ। ਸਵੇਰੇ 4 ਵਜੇ ਸ਼ੁਰੂ ਹੋਏ ਇਸ ਘਟਨਾਕ੍ਰਮ ਵਿੱਚ ਲਗਭਗ 3-4 ਘੰਟੇ ਯਾਨੀ ਕਿ 7:30 ਵਜੇ ਤੱਕ ਯੋਜਨਾਬੰਦ ਤਰੀਕੇ ਨਾਲ ਲੁੱਟ ਖੋਹ, ਚੋਰੀ, ਅਗਜਨੀ ਤੇ ਲਗਾਤਾਰ ਹਮਲੇ ਜਾਰੀ ਰੱਖੇ ਗਏ। ਇਹ ਹਮਲਾ ਇੰਨਾ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ ਸੀ ਕਿ ਇੱਕ ਘਰ, ਦੁਕਾਨ ਤੇ ਵਾਹਨਾਂ ਦੀ ਜਾਣਕਾਰੀ ਦੰਗਾਕਾਰੀਆਂ ਕੋਲ ਸੀ। ਇੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਦੰਗਾਕਾਰੀਆਂ ਵੱਲੋਂ ਹਿੰਦੂ ਅਤੇ ਸਿੱਖਾਂ ਦੀ ਜਾਇਦਾਦ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਪਰ ਦੂਜੇ ਪਾਸੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਮੁਸਲਮਾਨਾਂ ਦੀ ਜਾਇਦਾਦ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਅਗਰ ਕੋਈ ਹਿੰਦੂ ਜਾਂ ਸਿੱਖ ਭਾਈਚਾਰੇ ਦੀ ਦੁਕਾਨ ਦੂਜੀ ਮੰਜ਼ਿਲ ਤੇ ਵੀ ਸਥਿਤ ਸੀ, ਉਹਨੂੰ ਉੱਥੇ ਜਾ ਕੇ ਲੁੱਟਿਆ ਗਿਆ ਔਰ ਅੱਗ ਲਗਾ ਦਿੱਤੀ ਗਈ, ਪਰ ਆਸ-ਪਾਸ ਦੀ ਕਿਸੇ ਵੀ ਦੁਕਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਇਸ ਗੱਲ ਤੋਂ ਸਾਫ਼ ਜ਼ਾਹਿਰ ਹੈ ਕਿ ਖਾਸ ਫਿਰਕੇ ਦੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਆਮ ਲੋਕਾਂ ਦੇ ਅਨੁਸਾਰ ਜਿਹੜਾ ਸਮਾਨ ਦੰਗਾਕਾਰੀ ਲੁੱਟ ਸਕਦੇ ਸੀ ਉਹ ਲੁੱਟ ਕੇ ਲੈ ਗਏ ਔਰ ਜਿਹੜਾ ਸਮਾਨ ਨਹੀਂ ਲੁੱਟ ਸਕੇ ਉਹਨੂੰ ਅੱਗ ਲਗਾ ਦਿੱਤੀ ਗਈ। अब उधर न लगा वो फायर स्टेशन है जिथे कल अग लगाई गई सी। पहले फायर ब्रिगेड ਨੂੰ अग लगाई गई ताकि ਇਹਨੂੰ बाद चो लगाई हुई अग ਨੂੰ बुझाया ना जा सके। मोटरसाइकिलों की हालत अपनी दुकान है जी? हाँ जी अपनी दुकान है। कादी दुकान कादी सी अपनी? मोटर पार्ट की दुकान थी।
3 दुकाना सन साड़ी ना अपनी, बस कुछ नहीं बचा, ये बिल्कुल जीरो हो गया काम। अच्छा जी, तो सारी प्रशासन की लापरवाही है। किन्ना को माल सीगा अपने दे विच? लाख रुपए का माल है जी एक दुकान ही। तो प्रशासन ने कोई आश्वासन दिता भाई? कोई हल्ले तक कोई किसी तरह का कोई कॉम्पनसेशन कुछ नहीं हल्ले आई। थाने रिपोर्ट जरूर लिखवाई है, FIR दर्ज कराई थी? FIR दर्ज हो गई है, बाकी देखो जो भी रिपोर्ट होगी। किन्ने साल तो हैगी सी अपनी दुकान? ये तो सानू तकरीबन 40 साल हो गए न, 45 साल काम करते हैं। मतलब पुराने बुजुर्गों की दुकान है? बुजुर्गों के टाइम ਹੁਣ ਸਟੈਂਡ ਕਰਨ ਵਾਸਤੇ ਤੁਹਾਨੂੰ ਬਹੁਤ ਟਾਈਮ ਲੱਗ ਜਾਣਾ? टाइम लगेगा जी, बहुत टाइम लगेगा। तो देखो नवे सिरों तो ही है सारा काम, जिवें नवा बच्चा पैदा होंदा होई हिसाब नाल तो कई साल लग जाणगे। ਕੀ ਕਾਰਨ ਕੀ ਬਣਿਆ ਹੈ ਮੁੱਦੇ ਦਾ? ਕੀ ਕਾਰਨ ਕੀ ਸੀਗਾ ਇਸ? ਕਾਰਨ ਤਾਂ ਦੇਖੋ ਜੀ, ਕਾਰਨ ਤਾਂ ਉੱਥੋਂ ਗੁਰਦੁਆਰੇ ਵਾਲੇ ਪਾਸੋਂ ਹੀ ਗੱਲ ਆਈ ਸੀ, ਕੋਈ ਜ਼ਮੀਨ ਜਾਇਦਾਦ ਦੀ। ਬਈ ਇੱਥੇ ਕਿਉਂਕਿ ਵਿਚਕਾਰ ਇੱਥੇ ਕੋਈ ਰਿਹਾਇਸ਼ੀ ਇਲਾਕਾ ਤਾਂ ਹੈ ਨਹੀਂ, ਉਹਨਾਂ ਨੂੰ ਪੂਰੀ ਛੂਟ ਮਿਲ ਗਈ। ਪ੍ਰਸ਼ਾਸਨ ਕਵਰ ਨਹੀਂ ਕਰ ਸਕਿਆ। जिते रिहायशी एरिया थी उत्थे तो कुछ लोग की आमने सामने निकल आया, तो उस पास तो बचत हो गई। ये अंबाला रोड तो कोई रिहायशी है नहीं, इस करके इत्थे जिहड़ा सारा उन्होंने आज़ादी मिल गई। प्रशासन का जिहड़ा ठीक रहा साढ़े सिर फुटिया, प्रशासन का ठीक रहा जिहड़ा वो साढ़े सिर फुटिया। नहीं चलो वो तो जिदा भी है, है जी। उन्हें प्रशासन ने लड़ना सी, प्रशासन नाल ही उन्हें लड़ाई ना। लापरवाही तो प्रशासन दी रही नहीं, लड़ाई भी प्रशासन नाल ही सी। प्रशासन हाई कोर्ट ने उन्होंने दिता जजमेंट, वो भी सी लड़ाई किसे नाल? जजमेंट तो प्रशासन ने दिता, कोई असी थोड़ी दिता है। आम जनता ने तो कोई पैसे वो नहीं दिता। ਇਹ ਪਹਿਲੇ ਫਾਇਰ ਬ੍ਰਿਗੇਡ ਨੂੰ ਅੱਗ ਲਗਾਈ ਗਈ पहले फायर ब्रिगेड ਤਾਂ ਕਿ ਉਹ ਬੁਝਾ ਨਾ ਸਕਣ ਇਸ ਕਰਕੇ। सब तो पहले थाना और फायर ब्रिगेड दोनों जगह ਤੇ ਉਹਨਾਂ ਨੇ ਸਭ ਤੋਂ ਪਹਿਲੇ ਅਟੈਕ ਕੀਤਾ। ਥਾਣਾ ਕਿਹੜਾ ਸੀ? ਨਾਲ ਕੁਤਬਦੀਨ ਥਾਣਾ ਹੈ, ਬਿਲकुल ਸਭ ਤੋਂ ਪਹਿਲੇ। ਅੱਛਾ, ਉਹਦੇ ਤੇ ਵੀ ਅਟੈਕ ਕੀਤਾ ਤੇ ਫਿਰ ਤਾਂ ਵੀ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਜਦ ਕਿ DM SSP ਦੀ ਗੱਡੀਆਂ ਤੇ ਸਾਡੀ ਦੁਕਾਨ ਦੇ ਅੱਗੇ ਖੜੀਆਂ ਸੀ, ਪ੍ਰਸ਼ਾਸਨ ਪੂਰਾ ਇੱਥੇ ਖੜਾ ਸੀ, ਲੇਕਿਨ ਉਹਨਾਂ ਨੂੰ ਮੋਬ ਆਇਆ ਤਾਂ ਨੱਸ ਗਏ ਬਸ। ਉਸ ਤੋਂ ਬਾਅਦ ਉਹਨਾਂ ਨੇ ਆਤੰਕ ਸ਼ੁਰੂ ਕਰਤਾ ਆਪਣਾ। ਸਭ ਤੋਂ ਪਹਿਲੇ ਆ ਫੂਕ ਕੇ ਫਿਰ ਦੁਕਾਨਾਂ ਫੂਕੀਆਂ। ਕੈਮੀਕਲ ਉਹਨਾਂ ਦੇ ਨਾਲ ਹੈਗਾ, ਉਹਨਾਂ ਕੋਲ ਹੈ ਬੜੀ ਕੈਮੀਕਲ ਦੀਆਂ ਕੈਨਾਂ ਪਈਆਂ ਨੇ ਉੱਥੇ, ਉਹ ਪਈਆਂ ਨੇ। ये सबके साथ ये सब दुकानें बंद की। ये केमिकल कौन सा है? ये अब लेबल कुछ और लगा हो सके इसमें, मसाले में थीनर हो या पेट्रोल हो कुछ, अब ये तो खाली है। इसका लोगो दिखाएं। ऐसी तो एक और हमारे पास में भरी रखी है, जाँच का विषय है उधर जाँच में। अच्छा, इसको जांच में भेज दिया है? कहाँ? प्रशासन ने भेज दिया। कौन सी जगह पर गई है? अब ये नहीं पता, प्रशासन की कार्रवाई है। उधर मेरठ की खड़ी है। ये सारी फायर ब्रिगेड इधर की जला दी थी, ये बाहर से मंगवाई हैं? नहीं जलाई, सारी नहीं जलाई। सारी नहीं जलाई, एक तो वो सरकारी गाड़ी है। अच्छा, एक ये सरकारी गाड़ी जला दी है। अब कहाँ से आई है फायर ब्रिगेड बाहर से? नोएडा से है दो फायर ब्रिगेड, और रुड़की की तो चली गई, आई थी रुड़की की भी। एक मुजफ्फरनगर से है, दो मेरठ से है, और देवबंद से है, सरसावा से। ये देखो ये वो जली हुई है, ये स्टाफ की सारी है ना? जी जी जी, स्टाफ का सरकारी संपत्ति है, उसको भी आग लगा दी। जो सरकारी किट होती है वर्दी, वो भी सब ये बक्से सब खत्म। देखिए क्या हाल हो रहा है ऊपर। अपनी दुकान है भी है? हाँ। किस चीज़ की है? मोटर पार्ट सारा स्पेयर पार्ट सीगा? सारा 2 व्हीलर 4 व्हीलर 3 व्हीलर 4 व्हीलर 6 व्हीलर। कुछ उम्मीद नहीं है कि कुछ बचा होएगा? कुछ नहीं, जीरो। अच्छा, ये तीनों दुकाना 3 भरावां दियां ने? ਉਹ ਹੈਗੀ ਹੈ ਸਪੇਅਰ ਪਾਰਟ ਦੀ ਦੁਕਾਨ ਹੈ? ਤਿੰਨ ਪੰਪ ਰਿਪੇਅਰਿੰਗ ਦੀ ਗੱਡੀਆਂ ਦੇ ਪੰਪ ਹੁੰਦੇ ਨੇ, ਸਿਲੰਡਰ ਫਟਾਫਟ अंदर सिलेंडर पे है जितना फाइट हुआ। ओ माय गॉड, सिलेंडर। हाँ, सिलेंडर है जिते फटन कारण
अंदर दी हालत बुरी है, बहुत बुरा हाल कर सारी कंधां दे प्लस्तर तक टुट गए ने। सब लेंटर खराब हो गए जी, प्लस्तर के फट रही है। ओहो हीट देखो भाई है ना, एक दिन निकल गया सारा सीमेंट, दीवार तक टेढ़ी करती, एडा तगड़ा धमाका किया इन्होंने। बिल्कुल बिल्कुल एल्यूमिनियम गेट है जी, ये सारा मेल्ट हो गया। ए सिलेंडर देख लो, सिलेंडर किदा उड़े हुए। एल्यूमिनियम पाइप है ना, वही गेट है, एल्यूमिनियम गेट है, देखो सारा मेल्ट हो गया, सारा मेल्ट हो गया। सारी मशीनरी टेढ़ी तक हो गई है, देख लो। इतने फटे सारा इतने लग गया ना। ये अपने एक सिख भरा दी दुकान है, अनित सिंह दी। एसी दी दुकान सी, इसका हालत देख सकते हो आप। सारी इलेक्ट्रॉनिक्स की दुकान सी, ऊपर छत तक उड़ा दी गई है। क्रंची गेट की हालत, शटर, ये दरवाजे की एलुमीनियम है, बुरी हालत करती है। इन्ना सेक मेल्ट हो गया, सारा एलुमीनियम मेल्ट होया होया। जीप जो कि खड़ी है, आप हालत देख सकते हो कितनी बुरी है। स्कूटर है, एक चीज़ अंदर खड़ी गड्डी तक नूं आग लगा दी गई। ऐसा खतरनाक कैमिकल उन्होंने यूज़ किया कि एक चीज़ नूं राख करने की कोशिश की गई है। कि तुसीं देख सकते हो किस तरह सुआह हो गई है। बाथरूम है, गेट है, अंदर मोटरसाइकिल हाली तक जो है सुलग रही है अग। पेटी दे विच इतना बुरा हाल, सिलेंडर सारा कुछ जला दिता गया। जो ये चीज़ां खुलियाँ तो पता लग रहा है भी किस तरह पहले लुटिया गया फिर जलाया गया। कैसी दरिंदगी होएगी। एक चीज़ राख हो गई है, देख सकते हो। जिस जगह तो मैं खड़ा हाली भी इत्थों सेक आ रहा है। साइकिल, मोटरसाइकिल, सारा कुछ लुटिया है लग रहा है। धुआं निकल रहा है, हाले तक धुआं निकल रहा है। परसों की अग लगी है, हाल तक धुआं दे विचों निकल रहा है। ये वो मंजर है बाज़ार गुरुद्वारा रोड, जिथे सारा कुछ जला दिता गया, दुकानां जला दित्तियां गईयां। और सब तो वड्डी गल बिल्कुल ना लगदा नगर निगम दे अंदर जाके प्रशासन दी सरकार दी चीज़ां नूं तक अग लगा दित्ती। ते सरकार हल्ले भी चुप है ते कहंदे आ बई ये कुछ खास नहीं होया, असी कंट्रोल कर लिया। ये कंट्रोल आप देख सकते हो। कारां साड़ दित्तियां नगर निगम दियां, अंदर पईयां रेहड़ियां। एक दुकान है वो उस तो हल्ली भी धुआं निकल रहा है, वो अंदर सुलगदिया पिया है धुआं, आप देख सकते हो। असी हुणे पौड़ियां चढ़ के ऊपर जाके देखते हैं कि दुकान खुली है और किस चीज़ की दुकान है तो उन्हें किवें लुटिया गया। सारा तोड़ दिता गया।
अंदाज़ा लगाया जा सकता है कि किस तरह लुट्टन की कोशिश की गई। लोगों दियां पासबुक, फर्नीचर सारा तोड़िया होया, और समान कोई भी ऐसा नहीं जो जरूरत हो, जोड़ा भी जरूरत का समान से वो लैके जा चुके ने। गुरुद्वारा साहब के नेड़े असी खड़े हाँ, गुरुद्वारा रोड ते फोर्स तैनात है। दर्जी की दुकान है, तुसीं देख सकते हो चंगी तरह साड़ दी गई है। मशीना दे पैंडल पे आ, ऊपर पखे की बुरी हालत है। यह तीसरी दुकान है जो ऊपर छत पे चढ़ के साड़ी गई है। तुसीं धुआं देख सकते हो, सुलग रहा है। ਇਹ ਸਹਾਰਨਪੁਰ ਦੀ ਬਹੁਤ ਹੀ ਫੇਮਸ ਚਾਵਲਾ ਇਲੈਕਟ੍ਰੋਨਿਕਸ ਦੀ ਦੁਕਾਨ ਹੈ। ਇਸ ਦੁਕਾਨ ਵਿੱਚ ਲਗਭਗ 1 ਕਰੋੜ ਤੋਂ ਉੱਪਰ ਦਾ ਸਮਾਨ ਸਾਡੇ ਅੰਦਾਜ਼ੇ 'ਚ ਹੈਗਾ ਸੀ। ਇਸ ਦੁਕਾਨ 'ਚ ਏਸੀ, ਸਾਡੇ ਟੀਵੀ, ਫਲੈਟਨ ਟੀਵੀ, HD ਟੀਵੀ और बहुत सारी कीमती चीज़ा, वाशिंग मशीन वगैरह ਇਹਦੇ ਵਿੱਚ ਸੀਗੀਆਂ। ਇੱਥੇ ਬਲਵਈਏ ਆਏ ਨੇ, ਪਹਿਲੇ ਇਹਨਾਂ ਨੇ ਸਾਹਮਣੇ ਸਾਰਾ ਸਮਾਨ ਲੁੱਟਿਆ ਜੀ, ਅੱਗ ਲਗਾਇਆ, ਫਿਰ ਇਹਨਾਂ ਦਾ ਸਮਾਨ ਲੁੱਟਿਆ। ਸਮਾਨ ਲੁੱਟਣ ਤੋਂ ਬਾਅਦ ਇਹ ਲੋਕ ਆਪਣਾ ਕੈਮੀਕਲ ਲੈ ਕੇ ਆਏ ਨੇ। ਇਹਨਾਂ ਨੇ ਸਮਾਨ ਲੁੱਟਣ ਤੋਂ ਬਾਅਦ ਦੁਕਾਨ ਦੇ ਅੰਦਰ ਕੈਮੀਕਲ ਪਾਇਆ ਔਰ ਜਿਹੜੀ ਵੇਚਦੀ ਸੀ ਉਹਨੂੰ ਅੱਗ ਲਗਾ ਦਿੱਤੀ। ਕੈਮੀਕਲ ਇਸ ਕਰਕੇ ਪਾਇਆ ਕਿ ਜੇ ਪਤਾ ਚੱਲੇ ਕਿ ਅੱਗ ਲੱਗੀ, ਮਾਲ ਲੁੱਟਿਆ ਨਹੀਂ ਗਿਆ। ਅੱਗ ਲੱਗੀ ਅੱਜ ਵੀ ਇਹਨਾਂ ਦੇ ਗੱਲ ਦਾ ਸੱਚ ਹੋਏਗਾ ਤੇ ਇਹਨਾਂ ਦੇ ਘਰੋਂ ਔਰ ਇਹਨਾਂ ਨੇ ਬਹੁਤ ਪ੍ਰੀ ਪਲਾਨ ਕੰਮ ਕੀਤਾ ਹੈ। ਪਹਿਲੇ ਸਭ ਤੋਂ ਪਹਿਲੇ ਇਹਨਾਂ ਨੇ ਫਾਇਰ ਸਟੇਸ਼ਨ ਜਲਾਇਆ ਕਿ ਤਾਂ ਕਿ ਸਾਨੂੰ ਅੱਗ ਲਗਾਈਏ ਤੇ ਸਾਨੂੰ ਪਾਣੀ ਦੀ ਵਿਵਸਥਾ ਨਾ ਮਿਲ ਸਕੇ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੀਤਾ ਹੈ ਸਹਾਰਨਪੁਰ ਤੋਂ ਘੱਟੋ ਘੱਟ 40 ਕਿਲੋਮੀਟਰ ਦੂਰ ਤੋਂ ਬੇਹਟ ਹੈ ਜਾਂ ਸਰਸਾਵਾ ਹੈ ਜਾਂ ਉਸ ਤੋਂ ਅਰੇ ਪਰੇ ਤੋਂ ਦੇਵਬੰਦ ਤੋਂ ਇਹਨਾਂ ਦੀ ਗੱਡੀਆਂ ਆਈਆਂ ਨੇ ਫਾਇਰ ਬ੍ਰਿਗੇਡ ਦੀਆਂ, ਤਾਂ ਅੱਗੇ ਅਸੀਂ ਇਹ ਥੋੜੀ ਜਿਹੀ ਅੱਗ ਬੁਝਾ ਪਾਏ। ਉਸ ਤੋਂ ਪਹਿਲੇ ਅਸੀਂ ਅੱਗ ਨਹੀਂ ਬੁਝਾ ਪਾਏ। ਇਸ ਤਰੀਕੇ ਨਾਲ ਪਹਿਲੇ ਸਾਰਾ ਦਾ ਸਾਰਾ ਐਸੇ ਤਰੀਕੇ ਨਾਲ ਇਹ ਅਨੀਤ ਐਸੋਸੀਏਟਸ ਹੈਗਾ, ਏਸੀ ਦੁਕਾਨ ਹੈ ਅਨੀਤ ਐਸੋਸੀਏਟਸ। ਇੱਥੋਂ ਵੀ ਲਗਭਗ 40-50 ਲੱਖ ਦਾ ਇੱਥੇ ਸਮਾਨ ਸੀਗਾ। ਇਹ ਵੀ ਪੂਰਾ ਦਾ ਪੂਰਾ ਇਹਨਾਂ ਨੇ ਪਹਿਲੇ ਲੁੱਟਿਆ। ਕਿੰਨੇ ਦਾ? 40 ਲੱਖ? ਹਾਂ, ਲਗਭਗ 40 ਲੱਖ ਦੀ ਏਸੀ ਦਾ ਸਮਾਨ ਇੱਥੇ ਸੀਗਾ। ਏਸੀ ਦੁਕਾਨ ਸੀ ਅਨੀਤ ਐਸੋਸੀਏਟ ਦੇ ਨਾਮ ਤੋਂ, ਬਹੁਤ ਹੀ ਵੱਡੀ ਮਸ਼ਹੂਰ ਦੁਕਾਨ ਸਹਾਰਨਪੁਰ ਦੀ। ਇਹਦੇ 'ਚੋਂ ਪਹਿਲੇ ਸਾਰੇ ਏਸੀ ਕੱਢੇ ਉਹਨਾਂ ਨੇ, ਉਸ ਤੋਂ ਬਾਅਦ ਦੁਕਾਨ ਨੂੰ ਵੀ ਉਸੇ ਤਰੀਕੇ ਨਾਲ ਅੱਗ ਲਗਾਈ ਹੈ। ਇਹਦੇ ਅੰਦਰ ਇੰਨੇ ਪਾਰਟਸ ਹਨ ਕਿ ਇੱਕ ਨੂੰ ਕੀਮਤੀ ਪਾਰਟਸ ਹਨ, ਉਸ ਤੋਂ ਪਹਿਲੇ ਉਹਨਾਂ ਨੇ ਲੁੱਟਿਆ ਤੇ ਉਹ ਤਾਂ ਹਲੇ ਤੱਕ ਆਪਣੀ ਦੁਕਾਨਾਂ ਵੇਖਣ ਵਾਸਤੇ ਵੀ ਨਹੀਂ ਆ ਸਕੇ। ਉਹਨਾਂ ਨੂੰ ਪਾਸ ਨਹੀਂ ਦਿੱਤੇ ਗਏ। ਉਹਨਾਂ ਦਾ ਕਿਸੇ ਨੇ ਆ ਜਾ ਕੇ ਘਰ ਉਹਨਾਂ ਦਾ ਦੁੱਖ ਨਹੀਂ ਪੁੱਛਿਆ। ਇਹ ਤਾਂ ਸਾਨੂੰ ਲੋਕਾਂ ਨੂੰ ਪਾਸ ਮਿਲੇ ਹਨ। ਅਸੀਂ ਸਮਾਜ ਸੇਵਕੀ ਬੰਦੇ ਹੈਗੇ ਹਾਂ। ਅਸੀਂ ਉਹਨਾਂ ਘਰੋਂ ਲਿਆ ਕੇ ਉਹਨਾਂ ਨੂੰ ਦੁਕਾਨਾਂ ਦਿਖਾ ਰਹੇ ਹਾਂ ਕਿ ਤੁਹਾਡੀ ਦੁਕਾਨਾਂ ਜਿਹੜੀ ਲੁੱਟੀਆਂ ਗਈਆਂ ਉਹਦਾ ਜਾ ਕੇ ਦੱਸੋ ਤੁਹਾਡਾ ਕਿੰਨਾ ਨੁਕਸਾਨ ਹੋਇਆ। ਕੋਈ ਉਹਨਾਂ ਨੇ ਹਲੇ FIR ਨਹੀਂ ਕਰਾਈਆਂ। ਪ੍ਰਸ਼ਾਸਨ ਇਸ ਬਾਰੇ ਕੀ ਕਹਿੰਦਾ? ਪ੍ਰਸ਼ਾਸਨ ਕਹਿੰਦਾ ਬਸ ਸ਼ਾਂਤੀ ਹੋ ਜਾਣ ਦਿਓ, ਸ਼ਾਂਤੀ ਹੋਵੇ, ਜਿਹੜਾ ਮਾਲ ਬਚ ਸਕਦਾ, ਜਿਹੜਾ ਧੂੰਆਂ ਨਿਕਲਦਾ ਪਿਆ ਵੇਖਦੇ ਹੋ, ਕੋਈ ਉਹਨਾਂ ਦਾ ਕੁਝ ਬਚਿਆ ਹੀ ਨਹੀਂ। ਸਾਡੇ ਵਾਸਤੇ ਤਾਂ 47 ਦੁਬਾਰਾ ਪਾਕਿਸਤਾਨ ਬਣ ਗਿਆ। ਲਗਭਗ 40 ਕਰੋੜ ਦੇ ਆਸ-ਪਾਸ ਦਾ ਪੂਰੇ ਸਹਾਰਨਪੁਰ 'ਚ ਜੋ ਦੁਕਾਨਾਂ ਨੁਕਸਾਨ ਹੋਇਆ, ਸਾਡੇ ਪਰਿਵਾਰਾਂ ਦੀ ਇੰਨਾ ਨੁਕਸਾਨ ਹੋਇਆ 40 ਕਰੋੜ ਦੇ ਆਸ-ਪਾਸ, ਜਿਹਨੂੰ ਬਣਾਉਣਾ ਬਹੁਤ ਮੁਸ਼ਕਿਲ ਹੈ। ਇੱਕ ਬੰਦੇ ਨੂੰ ਆਪਣੀ ਦੁਕਾਨ ਬਣਾਉਣ ਵਾਸਤੇ ਸਮਾਨ ਬਣੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ। ਔਰ ਇਹਦਾ ਕੀ ਹਰਜਾਨਾ ਮਿਲਦਾ ਕਿ ਨਹੀਂ ਮਿਲਦਾ, ਅਜੇ ਤੱਕ ਸਰਕਾਰ ਨੇ इसकी कोई घोषणा नहीं की। बल्कि प्रशासन यह कह रहा है कि अल्पसंख्यक का नुकसान ज़्यादा होया है, लेकिन हकीकत देखा जाए 90% सिखा की दुकाना ते पंजाबियों की दुकाना ते लुटिया गई ने। साढ़े नाल सन 84 वाला माहौल दोबारा तो उत्थे दर्शाया गया है। ठीक है, साडा जानी नुकसान नहीं है, लेकिन साडा माली नुकसान होया है। ਬੈਸਟ ਬਾਏ ਫਰਨੀਚਰ ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਤੇ ਵੱਖਰਾ ਬਣਾਉਂਦੇ ਹਾਂ। ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ। ਸ਼ਾਨਦਾਰ, ਮਜ਼ਬੂਤ ਤੇ ਆਰਾਮਦਾਇਕ ਫਰਨੀਚਰ ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ। ਬੈਸਟ ਬਾਏ ਫਰਨੀਚਰ, the perfect homemaker. Finance available for 6 months with 0% interest. Call 403-250-6661 403 250 6661। ਇਹ ਸਭ ਆਪਣੇ ਨਿੱਜੀ ਸਵਾਰਥ ਵਾਸਤੇ ਕੁਝ ਲੋਕਾਂ ਵੱਲੋਂ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ ਹਮਲਾ ਸੀ, ਜਿਸ ਤੋਂ ਬਾਅਦ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾਕ੍ਰਮ ਵਿੱਚ ਸਿਰਫ ਹਿੰਦੂ ਜਾਂ ਸਿੱਖ ਹੀ ਪ੍ਰਭਾਵਿਤ ਨਹੀਂ ਹੋਏ।
हर धर्म के लोगों उत्ते सानू इहदा प्रभाव देखने को मिलिया। प्रशासन वालों करफ्यू लगा दिता गया। आओ तुहानू दिखाउंदे हां उन्हां लोकां नाल होई गलबात जिन्हां दी इह हड्डबीती है। सुबह जब हम यहाँ पर आए तो यहाँ पर देखा कि माहौल बहुत ही ख़राब था। हमारी हिंदू सिखों की इकट्ठी यहाँ पर कॉलोनी है, माधो प्रसाद की गुरुद्वारा रोड एरिया सारा। तो गुरुद्वारे पे ऐसा लग रहा था कि जैसे ये लोग अटैक करने की कोशिश कर रहे हैं, बल्कि इन्होंने एक तरह से वहाँ पर हमला बोल ही दिया था। क्योंकि पास ही एक यहाँ पर मुसाफिर खाना भी पड़ता है, वहाँ पर इन्होंने बहुत ज़्यादा ऐसा लगता है कि जैसे हथियार वगैरह इकट्ठे कर रहे थे। और बाद में पता चला यहीं पर रोड पर ही इन्होंने नमाज वगैरह पढ़ी और उसके बाद इन्होंने वहाँ पर हमले की जैसे योजना सी थी एक बना रखी। ये तो हम इकट्ठे थे, इसलिए मैं ये सोचता हूँ कि बचाव हो गया, नहीं तो बड़ा मुश्किल काम था। क्योंकि पुलिस ने कार्रवाई बड़ी लेट की है। उसी टाइम अगर प्रशासन एक्शन में आता तो मैं सोचता हूँ कि ये सहारनपुर दंगे की आग में नहीं जाना था। बाकी बाद में जो कार्रवाई करी है उसका अब कोई लाभ मैं सोचता हूँ है नहीं, क्योंकि हमारे बहुत भाइयों की यहाँ पर बहुत करोड़ों में नुकसान हुआ है। हमारे जैसे अनित एसोसिएट हो गए, आप देख सकते हैं, कोहली इलेक्ट्रिकल हो गए, अपने नवल मोटर स्टोर हो गए, बहुत ज़बरदस्त उनका नुकसान है, बहुत ज़्यादा नुकसान उनका हुआ है। सामने किसी देख रहे हो सारा एरिया बिल्कुल राख है। मेरे ख्याल 70-80 दुकाना ने जड़ियाँ इन्होंने बिल्कुल राख कीतियां ने। तो अगे वो भी आ रहे हैं, हुण टीवी चैनल भी दस रहे हैं कि कोई कैमिकल इस्तेमाल किया इन्होंने। और टायरां दी दुकानां लुटियां ने, वो टायर पा के अग लाई है। ਇਹ ਮਦਰਸਾ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਮੁਸਾਫਿਰ ਖਾਨਾ, ਇਹ ਇਹਨਾਂ ਦਾ ਇਸ ਟਾਈਮ क्लोज ਕੀਤਾ ਹੋਇਆ ਹੈ ਜਾਂ ਕਿਸ ਤਰ੍ਹਾਂ ਹੈ? नहीं, इस वेले तो क्लोज किया होया है, क्योंकि यहाँ पर जो है बिल्कुल इसके पीछे थाना पड़ता है। ठीक है जी। और यहीं से क्योंकि मेन शुरुआत हुई थी, इस वजह से इसे खाली करा दिया गया पुलिस द्वारा, जिससे कि आगे वारदात ना हो पाई। और यहीं से ये 2 जोन में बांट दिया है। ये नया इलाका गिन दिया है पुलिस ने, और इससे पार जो कुतुबशहर से है वो पुराना इलाका गिन दिया है। तो जो ये इन्होंने प्लानिंग की है, हथियार है या केमिकल है, वो इसी मदरसे में रखे हुए थे? नहीं, सुनने में तो यही आ रहा है। ठीक है। और चैनल भी जैसे शो कर रहे हैं कि ये कोई मतलब ये पूर्व नियोजित था ना सारा। कोई एकदम से अगर एक्शन होता है तो फिर ये नहीं होता कि पहले फायर ब्रिगेड को फूको, ये करो। ये तो सारा पहले प्री प्लानिंग था कि कौन कौन सी दुकानों पे एक्शन लेना। सारे हमारे मित्रों की दुकानें हैं, हम यहाँ पर बिल्कुल हम भी पास ही रहते हैं, सारे उनकी राख हो गई हैं। तो अब सरकार से क्या गुहार लगाना चाहिए, सरकार से क्या डिमांड करना चाहते हैं? सरकार से तो मेरी यही गुजारिश है कि जो परिवार, मैं तो ये सोचता हूँ कि हैंड टू माउथ हो गए हैं और उसी दौर में चले गए हैं जो जब बंटवारा हुआ था, और 1947 वाला जो था कि वहाँ से दोबारा से शुरुआत करनी पड़ेगी सारे परिवारों को। और सरकार से तो यही गुजारिश है कि उनकी सारी भरपाई की जाए। मेरी अपनी सोच यही है, और मैं तो अपने मुख्यमंत्री अखिलेश यादव से भी, उनसे भी यही गुजारिश करूँगा कि जिनका नुकसान हुआ है उनकी भरपाई करें, उनको फिर से स्टैंड करने में। आपको ये मंजर ऐसा लगा जैसे 1947 में पाकिस्तान में से हिंदुओं को या सिखों को निकाला गया था? बिल्कुल वैसे वही वाला नज़ारा है। मैं तो यही सोचता हूँ कि उसके बाद अब उन्हें दोबारा से स्टैंड होना पड़ेगा। 2-3 पीढ़ी पीछे चले गए कि जिस तरह हुण क्या जा रहा भी 2000 मुसलमान इकट्ठा आया सी, भी एक ही कोई प्लानिंग है या की चक्कर है? जिस तरह वही चक्कर सी जी, प्लानिंग वही है सारी। प्रशासन फेल हो गया जी। 5 बजे तो 4 बजे तो लैके 7 बजे तक पूरे मुसलमान इकट्ठा होना शुरू होया। 3 घंटे इन्हों का इकट्ठा होंदा रहा। ज़्यादा उस टाइम इन्होंने रोकया नहीं गया। लुट मार चंगी तरह करके पूरे टाइम के हिसाब से उन्होंने जुलाया दुकानों, सारे साड़िया दुकानों, पहला लुट मार की है।
ਇਹਨਾਂ ਨੂੰ ਪੂਰਾ ਟਾਈਮ ਦਿੱਤਾ ਪ੍ਰਸ਼ਾਸਨ ਨੇ। ਪ੍ਰਸ਼ਾਸਨ ਨੇ ਜੋ ਟਾਈਮ ਦਿੱਤਾ ਹੈ ਉਹ ਸਾਡੇ ਲੋਕਾਂ ਦੇ ਦਿਲ ਵਿੱਚ ਹੈਗਾ, ਅਸੀਂ ਲੋਕਾਂ ਤੋਂ ਬਰਦਾਸ਼ਤ ਨਹੀਂ ਕਰਾਂਗੇ। ਕਿ ਅਸੀਂ ਗੁਰਦੁਆਰੇ ਦੀ ਸੇਫਟੀ ਵਾਸਤੇ ਗੁਰਦੁਆਰੇ ਦੇ ਬਾਹਰ ਖੜੇ ਹੋਏ। ਸਾਨੂੰ ਜਦੋਂ ਪਤਾ ਲੱਗਿਆ ਲੋਕੀ ਇਕੱਠੇ ਹੋ ਰਹੇ ਨੇ, ਇਹ ਲੋਕੀ ਆਏ, ਅਸੀਂ ਆਪਣੀ ਕਿਰਪਾਨਾਂ ਐਜ਼ ਯੂਜ਼ੁਅਲ ਜਿਵੇਂ ਸਾਡੇ ਕੋਲ ਹੁੰਦੀਆਂ ਆਪਾਂ ਕਿਰਪਾਨਾਂ ਲੈ ਕੇ ਖੜੇ ਹੋਏ, ਇਹ ਸਾਡੇ ਕੋਲ ਪਹੁੰਚੇ, ਇਹਨਾਂ ਦੇ ਹੱਥ 'ਚ ਸਰੀਏ ਸਾਨੂੰ ਦਿਖੇ। ਅਸੀਂ ਕੋਈ ਗੱਲ ਨਹੀਂ, ਗੁਰਦੁਆਰੇ ਤਾਂ ਹਮਲਾ ਨਾ ਹੋਵੇ, ਸਾਨੂੰ ਕੁੱਟ ਲੈਣ ਮਾਰ ਲੈਣ, ਅਸੀਂ ਇਹਨੂੰ ਮਾਰ ਲਈਏ। ਲੇਕਿਨ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਪਣੀ ਜੇਬ ਵਿੱਚੋਂ ਇਲੀਗਲ ਜਿਹੜੀ ਗਨਸ ਨੇ, ਕੱਟੇ ਨੇ, ਇਹਨਾਂ ਤੋਂ ਸਾਡੇ ਉੱਤੇ ਵਾਰ ਕੀਤਾ ਸਾਰੇ ਨੇ। ਇਹ ਖੌਫਨਾਕ ਮੰਜ਼ਰ ਸਾਡੇ ਵਿੱਚੋਂ ਕੋਈ ਨਹੀਂ ਭੁੱਲ ਪਾ ਰਿਹਾ। ਤੇ ਪ੍ਰੋਟੈਕਸ਼ਨ ਜਿਨ੍ਹਾਂ ਨੇ ਕਰਨੀ ਸੀ ਪੁਲਿਸ ਨੇ, ਉਹਨਾਂ ਨੇ ਕੋਈ ਗੋਲੀ, ਕੋਈ ਆਂਸੂ ਗੈਸ ਕੁਝ ਉਸ ਟਾਈਮ ਜਿਹੜੇ ਆਸ-ਪਾਸ ਸਾਡੇ ਪੁਲਿਸ ਵਾਲੇ ਇਹਨਾਂ ਦੇ ਅੱਗੇ ਆ ਰਹੇ ਸੀਗੇ, ਉਹ ਵੀ ਇਹਨਾਂ ਤੋਂ ਬਚ ਕੇ ਪਿੱਛੇ ਗਏ ਨੇ। ਔਰ ਉਹਨਾਂ ਨੂੰ ਅਸੀਂ ਪੁੱਛਿਆ, ਅਗਰ ਸਾਡੇ ਤੇ ਗੋਲੀਆਂ ਚਲਾ ਰਹੇ ਨੇ, ਤੁਸੀਂ ਤੁਹਾਡੇ ਕੋਲ ਰਿਵਾਲਵਰਸ ਹੈਗੇ ਨਾ, ਤੁਸੀਂ ਗੋਲੀ ਕਿਉਂ ਨਹੀਂ ਚਲਾਈ? ਉਹਨਾਂ ਨੇ ਕਿਹਾ ਸਾਨੂੰ ਇਸ ਤਰ੍ਹਾਂ ਦਾ ਜੇ ਕੋਈ ਆਰਡਰ ਨਹੀਂ ਹੈ, ਅਸੀਂ ਇਹਨਾਂ ਤੇ ਗੋਲੀ ਨਹੀਂ ਚਲਾ ਸਕਦੇ। ਤੇ ਹੌਲੀ ਹੌਲੀ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਨੇ ਬਹੁਤ ਤਰਲੇ ਕੀਤੇ ਕਿ ਬਈ ਤੁਸੀਂ ਫਾਇਰਿੰਗ ਸ਼ੁਰੂ ਕਰੋ। ਮੈਂ ਕਿਹਾ ਗੁਰਦੁਆਰੇ ਤੇ ਹਮਲਾ ਹੋਣ ਜਾ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਵਾਚ। ਮੈਂ ਕਿਹਾ ਵਾਚ ਕੀ ਕਰੋ, ਜੇ ਅਸੀਂ ਮਰ ਜਾਵਾਂਗੇ ਤਾਂ ਤੁਸੀਂ ਗੋਲੀ ਚਲਾਓਗੇ? ਹਵਾਈ ਫਾਇਰ ਤਾਂ ਕਰੋ, ਦਹਿਸ਼ਤ ਤਾਂ ਫੈਲਾਓ। ਹਾਂਜੀ, ਤੁਸੀਂ ਉਸ ਵਕਤ ਕਿੱਥੇ ਸੀ ਤੇ ਕੀ ਤੁਹਾਨੂੰ ਮਹਿਸੂਸ ਹੋਇਆ? हाँ भाई असी तो नाश्ता वगैरह बना रहे सी, एकदम ही यहाँ शोर मच गया, एकदम शोर शराबा मचे। फिर असी अपने दरवाजे रोजे बंद करके किधर निकले, इधर अग लगी हुई सी और इधर असी दौड़न दे, किधरों दौड़ी किधरों ना दौड़ी। निके निके साढ़े बच्चे असी चुक चुके इधर उधर हो रहे सी, पर किसी ने जिथे जगह च कोई गुरुद्वारे वड़िया तो कोई किसी दे अपने साढ़े सब जवान बराबर के बच्चे है। सी गली बिल्कुल बंद सी, रास्ता सानू किधरों नजर आ ही नहीं रहा सी। पीछे भी मुस्लिम समुदाय है, मुस्लिम समुदाय, इधरों मुस्लिम सी, इधरों अपने 2-3 भाई चीखी भाई आगे नो सानू अपना कड़ के लाए बच्चा। इधर भी मुसलमानों ने आके पत्थर मारे, पत्थर साढ़े घरां तक, उत्ते तक, छता तक असी खड़े देख रहे सी, छता तक पत्थर मारे है, कोठियां तक देखे, सारे गड्डियां तोड़ियां ने, सारी गाड़ी तोड़ी, गाड़ियां शीशे तोड़ के सब अंदर तक। दहशत सानू हुण भी हैगी कि बिल्कुल साढ़े नाल गल होई हुई है सारी, की कर सकते हैं की नहीं कर सकते, डरे हुए सी हुण भी है, कोई ऐसी सेफ नहीं है, सेफ्टी महसूस नहीं कर रहे। पीछे भी सारा मुस्लिम मोहल्ला है और आगे भी सभी खाने के आगे भी कि यहाँ पे बच्चे सेफ है या बड़े सेफ है, कोई सेफ नहीं है। अभी भी डर लगा रहता है राशन असी बाहर तक राशन लोग आ ना जाए, कुछ अत्याचार ना, यहाँ राशन पानी की व्यवस्था है, लाइट भी भागी हुई थी उस दिन। कल को दोबारा से फिर कुछ हो जाता है, सबसे पहली गली यही पड़ती है। प्रशासन को चाहिए, प्रशासन को चाहिए हमारी गली में जो है कम से कम हमारी सुरक्षा की व्यवस्था की जाए, कोई व्यवस्था की जाए, क्योंकि सारे छोटे छोटे बच्चे हैं, लड़कियां हैं। तो बिल्कुल घरां तक ही नहीं छोड़े, अंदर तक वड़ के इन्होंने कीता है कि पत्थरा बिल्कुल, और अंदर दरवाजे बंद किए थे, दरवाजे इन्होंने पुट मारे, सब पत्थर है सब उन्होंने ही मारे। देखो इधर इधर उत्थे तक पत्थर है, दीवारों के ऊपर हैं सारे हमारे निशान। खिड़की के पास वो साडा पर उत्थे तक इट्टां दे जेहड़े निशान है, सब इट्टां पईयां। हालांकि जे 1000 आदमी घट तो घट अंदर घुसे सी इस गली के अंदर, इस गली विच। हां जी, जो आगे चले गए वो कुछ इधर कुछ बाहर खड़े सी, कुछ कई हजार तो सबसे आगे चले गए। कितने परिवार है इस गली च? इस परिवार ही सिर्फ 7 परिवार ने इस गली 7 ਇਹਦੇ ਚ दो माउंटेन फैमिलियां निकल चुकी हैं, एक माउंटेन फैमिली भी है। कितना को टाइम हो गया निकले उन्होंने? राती निकले, रात निकले, राती वो इस जगह से निकले हैं रात, मतलब एक रात पहले चले गए वो एक ਰਾਤ ਪਹਿਲੇ ਚਲੇ ਗਏ ਸੀ। ਮੀਨਸ ਉਹਨਾਂ ਨੂੰ ਇੱਥੋਂ ਗੱਲ ਹੈ ਪਤਾ ਲੱਗਦੀ ਵੀ ਇਹਨਾਂ ਪ੍ਰੀ ਪਲਾਨ ਸੀ, ਉਹ ਸਭ ਨੂੰ ਪਤਾ ਸੀਗਾ ਵੀ ਅਟੈਕ। ਜਿੰਨੇ ਵੀ ਪਿੱਛੇ ਮੁਸਲਿਮ ਪਰਿਵਾਰ ਹੈਗੇ ਸਭ ਭੱਜ ਗਏ। ਜਦੋਂ ਇਹ ਕਤਲੋਗਾਰਦ ਹੋ ਰਹੀ ਸੀ ਜਾਂ ਪਬਲਿਕ ਦਾ ਨੁਕਸਾਨ ਕੀਤਾ ਜਾ ਰਿਹਾ ਸੀ, दुकाना साड़ियाँ जा रही सी, उस वक्त तुसी कित्थे सी? उस वक्त हम सर अपने घर पे थे और उस वक्त घर में हम सिर्फ दहशत में थे अपने लुक के, क्योंकि सड़क के ऊपर इतना आवाम था, इतनी गुंडागर्दी थी खुलेआम कि उस वक्त हमारा ना देखने का माहौल था। फिर छत से हमने अपनी दुकान की तरफ भी देखा तो भीड़ के अलावा कुछ नहीं समझ आ पाया उस वक्त, और वारदात करने वाले कोई हमें अपने लोकल नहीं नज़र आ रहे थे, सब कुछ बाहर से आए हुए थे। और उस वक्त सिर्फ हम प्रशासन से सिर्फ मदद की उम्मीद लगा के बैठे थे कि प्रशासन आ जाए और किसी तरह हम बच जाएँ। हमारी छत से हमने अपनी दुकान को जिस वक्त देखा तो कम से कम भी बहुत आदमी ताले तुले तोड़ के दुकान में लूटपाट करी उन्होंने और उसके बाद आगजनी कर दी। इतना ही हम दूर से देख सके और भीड़ बहुत ज़्यादा थी और प्रशासन बहुत देर में आया। नियर अराउंड 2000 और 3000 के आसपास के बंदे थे वो सारे, और लगभग 2.5 से 3 घंटे तक
नॉन स्टॉप ये काम चला है। तो प्रशासन कहाँ था? प्रशासन सिंगल बंदा नहीं, हमने नॉट अ सिंगल वन। वक्त 2.5-3 घंटे छत से हमने देखा कि उन्होंने आते ही प्रशासन पे सबसे ज़्यादा फायर करे और 10-15 आदमी सबसे आगे थे। उसके बाद उनके पीछे और फोर्स थे, बहुत सारे उनके साथ आदमी थे जिनके पास हथौड़े, बारियाँ, ऐसे ऐसे हथियार थे जिनसे उन्होंने सबकी दुकानों के शटर तोड़े, लूटपाट करी, अंदर गली में घुस के हमारे गेटों पे मारा। लेडीज ने उनके आगे हाथ जोड़े अंदर से, हमें छोड़ दो। उन्होंने हमारे पेट्रोल पंप भी गिरा जिससे हमारा फोल्डिंग वगैरह जो था वो बाहर पड़े थे, सब लेडीज वगैरह सुबह के टाइम बाहर थे तो सब वो जल गया। अच्छा, लेडीज के ऊपर भी उन्होंने अटैक किया? हाँ, उन्होंने यहाँ क्या अटैक किया है हमारे गेटों पे, डंडे से, पत्थरों से, कार तोड़ दी, जो भी उनके पास सामान था, जो उनके पास था सब सामान। सामने वाली भैया वाली हमारे सामने दुकान लूटी, उसमें केमिकल था, उन्होंने सारा केमिकल निकाला उसमें से। पहले केमिकल निकाल कर उन्होंने सब दुकानों के ऊपर केमिकल गिरा, सामान निकाला और कुछ लूट के ले गए, फिर बाकी में आग लगा दी। अच्छा, वो केमिकल उनका था कि लेके? केमिकल हमारा केमिकल का काम है, भैया के सामने दुकान है संजीव एंटरप्राइजेस के नाम से। ठीक है, तो उसमें वहाँ से केमिकल निकाला तो आग लगाई? हाँ, उस केमिकल से भी कुछ केमिकल उनके पास भी था पहले, उनके पास अपना भी सब। पहले उन्होंने लूटपाट करी है, इजीली यहाँ से सामान उठा के लेके गए हैं। जब उनको लगा कि यहाँ पे यूजलेस सामान रह गया है तो देन उन्होंने आग लगा दी। सामान उठा के किसमें, कोई ट्रक में या ट्रॉली में? सर, बंदे 2,500-3,000 बंदा था, वो रेडे थे उनके साथ साथ, 2,500-3,000 बंदा था, उठा के लेके जा रहे थे। वो लेके जा रहे थे, दूसरे बंदे आ रहे थे, वो लेके जा रहे थे, दूसरे आ रहे थे। नॉन स्टॉप 2.5-3 घंटे तक कोई नहीं था, कोई सिक्योरिटी जीरो लेवल थी यहाँ पे। आपकी किसी की दुकान थी? सेफ स्पेयर पार्ट की मोटर पार्ट अपोजिट बिल्कुल फायर स्टेशन, वो सामने वो बिल्डिंग मैक लिखा हुआ। ये सब तीनों की तीनों दुकानें इकट्ठी, ये वाली ये तीनों दुकानें एक ही। देन ये इसके साथ जो बोर्ड लगा हुआ है ये, देन ये इसके साथ, देन वो अनित एसोसिएट्स, वो इलेक्ट्रॉनिक्स की थी ना वो? हाँ, चावला पिंडी। हाँ, ये दुकान मुसलमानों की है, ये नीचे ये दूसरे समुदाय की दुकान है, रुस्तम लिखा हुआ। सेम कंपनी है केमिकल्स की, जैसी आपकी थी वैसी ही कंपनी है, लेकिन इसको नुकसान नहीं पहुंचा। और ये ट्रक खड़ी है, वो नहीं तो जलाई, बाकी गाड़ियां जला दी, सारी गाड़ियां जलाई, क्रेन नहीं जलाई क्योंकि उनकी थी, इसलिए नहीं चली। ये सारी उन्होंने हिंदुओं की दुकानें जलाई इधर। ये गाड़ियाँ किसकी हैं? ये गाड़ियाँ दीपक ट्रेवल्स वालों की हैं, दीपक गोयल की। ये हिंदुओं की हैं। और ये ट्रक किसका है? ये ट्रक मोमडन का है, सिर्फ उसका शीशा टूटता है और कुछ नहीं है, कोई नुकसान नहीं। इस दुकान के जैसे पता लगा उन्हें कि मोमडन की है, उन्होंने नहीं जलाई। ये जितनी दुकानें बची हुई हैं मोमडन की है, ये नहीं जलाई, वो सारी मोमडन की दुकानें जो बची हुई हैं। वो अगली गाड़ियाँ किसकी हैं? सब हिंदुओं की, वो सब हिंदुओं की हैं, गाड़ियाँ हिंदुओं की हैं, सिलेक्टेड उन्होंने करी हैं। ये अभी नई दुकान खुली है, ये सब खत्म कर देंगे। मतलब ये बताने वाले भी कोई ऐसे बंदे होंगे जो जानते होंगे। हाँ, और क्या, सब प्री प्लान था। इवन 10 मिनट्स में वो लोग यहाँ पे आ गए, इतने सारे आदमियों के साथ, हथियारों के साथ मौजूद हुए। ਸਾਡੇ ਨਾਲ ਨੇ ਬ੍ਰਿਜਮੋਹਨ ਜੀ, ਉਹਨਾਂ ਦੇ ਪੜੋਸੀ ਦੀ ਦੁਕਾਨ ਹੈ। ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਕੀ ਉਹਨਾਂ ਨੇ ਮੰਜ਼ਰ ਨੂੰ ਦੇਖਿਆ ਜੋ ਇਹਨਾਂ ਤੇ ਬੀਤਿਆ, ਉਹ ਆਪਣੀ ਜ਼ੁਬਾਨ ਨਾਲ ਖੁਦ ਦੱਸਣਗੇ। ਹਾਂਜੀ ब्रिज जी, ये दुकान किसकी है आप बताएं थोड़ा सा। खट्टर मोटर टायर। खट्टर मोटर टायर, यहाँ पर टायर की दुकान थी। तो इसको जो ऐसे जलाया गया, कोई रंजिश थी या क्या था, क्या कारण भी इस दुकान को जलाया गया? रंजिश कुछ नहीं थी, बाकी दुकानें तो सारी साफ पड़ी हैं, अकेली इस दुकान को जलाया? ये रंजिश कुछ नहीं थी जी, वो ये बस ये है कि आए और पता नहीं उनके अंदर कोई क्या बात थी, आए और दुकान में इसमें आग लगाई। बाकी ताले तूले तोड़े सबके, आग इसी दुकान में लगाई, ताले इसके भी तोड़े, ये बराबर ताले लगवाए मैंने, उसका ताला टूटा पड़ा, इसका भी, इसका एसी में मारा उन्होंने। हमारा वो मंदिर आ गया, उसमें भी दरवाजे मार के गए, आगे मैंने वो फाड़ के, लेकिन आग किसी दुकान में गई। एक केमिकल था, पेट्रोल पंप पे तोड़ फोड़ की पूरी तोड़ रखा, ये भी तोड़ रखा। पर आपका कोई घर पे कोई नुकसान तो नहीं? नुकसान ही दरवाजे मार के, दरवाजे तोड़े, कोई निशान वगैरह? हाँ निशान है, हाँ निशान है। आओ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਘਰ ਤੇ ਕਿਸ ਤਰ੍ਹਾਂ ਅਟੈਕ ਕੀਤਾ ਗਿਆ।
ये मान दरवाजा बंद था, ये बंद कर लिया था हमने दरवाजा। ये हैवी दरवाजा इसे टूटा नहीं है। ਇਹ ਦਰਵਾਜ਼ੇ ਤੇ ਹਥੋੜੇ ਮਾਰੇ ਆ, ਸਰੀਏ ਮਾਰੇ ਆ, ਜੋ ਕਿ ਇਹਨਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਆ, पर वो दरवाज़ा तोड़ नहीं सके। उनके पास क्या क्या हथियार थे? उनके पास तो केमिकल था, लोहे के डंडे, सरिये और ये कमानियाँ। हथौड़े भी थे कह रहे हैं। हथौड़े भी थे जी। कोई असला कुछ ऐसी चीज़? असला तो उनके पास नहीं हमने देखा, देखो ना उन्होंने चलाया यहाँ। इधर से एक सराजी साइकिल पर आ रहे थे जब स्टार्टिंग हुई थी। अच्छा जी। सबसे पहले तो डीएम और एसएसपी यहाँ से चले गए वापस। ठीक है। और उसके बाद में पीएससी गाड़ी आई, वो भी वापस चली गई। वो पीएससी गाड़ी के जाते ही उन्होंने हल्ला बोल दिया। उनको पता था भाई यहाँ पर अभी ये अफसर हैं। हाँ जी। जब ये जाएंगे तब हमला करेंगे। हाँ जी, वो गए और तभी उन्होंने यहाँ से बोल दिया। कि प्रशासन की क्या इसमें क्या रोल था? भाई ये तो कहते क्या था, हमने सोचा कोई पीएससी आ गया इसलिए प्रशासन जा रहा, लेकिन बाद में वो पीएससी भी चली गई। उसके बाद में अटैक किया उन्होंने। फिर वही पीएससी गाड़ी दोबारा आई, उसने अंदर उनको सबको घुसेड़ दिया, अंदर उन्होंने घुसेड़ दिया। ये उन्होंने इसे शटर में मारा ना उन्होंने, तो अंदर का दरवाजा था उसको शटर मार दिया। ताला भी तोड़ा था उन्होंने, ताला भी तोड़ा था, बहुत सारा शटर खोला उन्होंने। गुरुद्वारा साहब रोज हाजिरी बड़ी दी है, लेकिन लगभग 5:30 पौने 6 जाना। उस दिन सवेरे शनिवार सवेरे टेलीफोन आया कि गुरुद्वारा साहब के बाहर काफ़ी हजूम इकट्ठा हो रहा मुसलमानों का, आप भी गुरुद्वारे पहुँच गए। दास उस दिन थोड़ा पहले ही गुरुद्वारे पहुँच गया। उत्थे जाके देखा होर संगत भी उत्थे सी, और बाहर जो कुतुब थाना है उत्थे काफ़ी हजूम सी मुसलमानों का, बहुत ही इकट्ठ सी। इतने जब उत्थे विचार मुकाबला चल रहा सी, सिटी मजिस्ट्रेट सहारनपुर, एसओ थाना कुतुब शेर और होर 2-3 अफसर आ गए, थोड़ी पुलिस भी आ गई। उन्होंने बैठ के गलबात हुई, लेकिन उन्होंने गल्लां तो ये पता चल रहा सी कि वो मजबूर सन, कि वो कोई एक्शन नहीं लेना चाहते। जबकि साढ़े होर साथियों ने, साढ़े नौजवान बच्चों ने भी बहुत हिम्मत किया कि तुम देखो कितना वादा कर रहे, कितना अगे आ रहे हैं, लेकिन वो बस गलबात नहीं है, नीचे टाल निकल करके एकदम निकल गए। थोड़ी देर बाद देखें सामने बट्टे आ रहे हैं, गोलियां की आवाज़ आ रही है, तो दास गुरुद्वारा साहब के अंदर जान लगा, इतों छला मेरे एकदम निकल के गया। वो जी गेट के है, तो फिर कल आज ही मैं मतलब उतो हॉस्पिटल तो आया, तो फिर इधर अपना फिर फर्दर चेकअप करके जा रहा। और बहुत ही मनभागी गल है, साढ़े सिखा के उत्ते बहुत जुलम हो गया है, कोई साड़ी गल सुनने वाला नहीं। प्रशासन जो है वो एक किस्म का मूर्ख दर्शक बन के खड़े हैं, जिन्हें उन्होंने कोई वैसे आर्डर ही नहीं सन कि भाई इस काम को रोकया जाए या ठल पाया जाए, उन्होंने कोई इच्छा भी नहीं। ये साढ़े नाल बहुत है। जसवीर सिंह गंभीर। कोई एक्शन नहीं लिया साढ़े सामने सर, जो असी दास बैठा रहे होर संगत के बंदे भी सन, सिटी मजिस्ट्रेट सी और थाना कुतुब शेर का एसओ सी और 2-3 होर ऑफिसर सन। तो सिटी मजिस्ट्रेट में वाई फेस जानना, थाना एसओ भी जानना, लेकिन बाकी होर 2-3 ऑफिसर उन्होंने मैं नहीं जानता। लेकिन पुलिस फोर्स भी सी, लेकिन ये नहीं कि फोर्स मतलब कुछ होता नहीं। अगर वो पुलिस चाहती तो वो अगे नहीं समझ गुरुद्वारा साहब अंदर से आता, लेकिन पुलिस की इच्छा। ਵੀ ਜਿਸ ਤਰ੍ਹਾਂ ਹੁਣੇ ਤੁਹਾਡੇ ਸਾਹਮਣੇ ਗੱਲ ਆਈ ਹੈ ਵੀ ਅੱਗੇ ਫਿਊਚਰ ਦੇ ਵਿੱਚ ਸਾਡੇ ਬੱਚੇ ਇਹਨਾਂ ਨਾਲ ਪੜ੍ਹਦੇ ਆ, ਸਾਡੇ ਸਾਰੇ ਕੰਮਾਂ ਦੇ ਵਿੱਚ ਇਹਨਾਂ ਦਾ ਹੱਥ ਹੈ, ਚਾਹੇ ਉਹ ਰਿਕਸ਼ੇ ਤੋਂ ਲੈ ਕੇ ਗੱਡੀ ਚਲਾਉਣ ਤੱਕ ਹੈ। ਅੱਗੇ ਫਿਊਚਰ 'ਚ ਸਾਨੂੰ ਹੋਰ ਪ੍ਰੋਬਲਮ ਆਉਣਗੀਆਂ, ਉਹਦੇ ਲਈ ਕੋਈ ਪਲੈਨਿੰਗ ਜਾਂ ਕੋਈ ਤੁਸੀਂ ਫਿਊਚਰ ਵਿੱਚ ਸੋਚਿਆ ਹੈ ਵੀ ਅਸੀਂ ਇਹਨਾਂ ਨਾਲ ਇਸ ਤਰੀਕੇ ਨਾਲ ਚੱਲਣਾ, ਜਾਂ ਜਿਹੜੇ ਤੁਹਾਡੇ ਹੋਰ ਨਾਲ ਸੱਜਣ ਸਾਥੀ ਨੇ ਜਿਹੜੇ ਇਸ ਉਮਰ ਦੇ ਨੇ ਵੀ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਜਾਂ ਉਹਨਾਂ ਨਾਲ ਸਹੀ ਢੰਗ ਨਾਲ ਚੱਲਣ ਵਾਸਤੇ ਕੋਈ ਕੀ ਪਲਾਨ ਕੀਤਾ? देखो गुरु साहब ने सन कहा सी कि अगर ये पूरी बांह ते तेल लगा लैन और बोरी दे तिल की बोरी पा दें, और जितनी बांह उत्ते तिल लगे उन्नी कस्मां खाने ना, विश्वास न करो। लेकिन हुण जिवें फ्री इंडिया है, आज़ाद भारत है, असी फिर वो भी नारे लगाने जी कि सरल धर्म है जी, और साडा वी आर सैकुलर। सैकुलर की कोई गल नहीं, अगर सैकुलर होंदे असी मतलब उत्थों क्यों आते? असी पाकिस्तान तो साढ़े घर बजुर्ग आए हैं, सिर्फ अपने धर्म के वास्ते आए हैं। अज असी चाहते हैं अपने धर्म की गल करिए, पर धर्म की कोई गल होवे तो कहते जी ये उग्रवादी है, ये अपना हार्ड लाइनर है, यहो जिहे फिर फतवे मिलते हैं। इस वास्ते बड़ा इस मुश्किल है, क्योंकि साडी गौरमेंट जो है इस वे खासकर यूपी च दे आर प्रो मुस्लिम ओनली, उन्होंने कोई मतलब
ਹਿੰਦੂ ਨਾਲ ਮਤਲਬ ਨਹੀਂ, ਕੋਈ ਸਰਦਾਰ ਨਾਲ मतलब ਇਹਦੇ ਵਿੱਚ ਇੱਕ ਪੋਲਿਟਿਕਸ ਦਾ ਹੱਥ ਆ ਗਿਆ ਵੀ ਵੋਟਾਂ ਦੀ ਰਾਜਨੀਤੀ ਜੀ, मतलब कि आप जिसे कहना मतलब ये पॉलिटिक्स दी ही खेड है, पर चाल भी पॉलिटिक्स दी है क्योंकि इतने इलेक्शन आ जाए अच्छा इतने ਦਾ ਜਿਹੜਾ ਉਹ ਅੱਜ ਐਮਪੀ ਕਹਿ ਗਿਆ ਜੀ, ਐਮਐਲਏ ਸੀ ਉਹ ਐਮਪੀ ਬਣ ਗਿਆ ਜੀ, ਤੇ ਉਹਦੀ ਜਗ੍ਹਾ ਤੇ ਇਲੈਕਸ਼ਨ, ਉਹਦੀ ਜਗ੍ਹਾ ਤੇ ਇਲੈਕਸ਼ਨ ਹੋਣੇ ਨੇ ਇੱਥੇ। ਉਹ ਚੰਦਰ ਮੁਸਲਮਾਨ ਕੇ ਜਿੱਥੇ ਇਲੈਕਸ਼ਨ ਜਿੱਤੀਏ। ਇੱਥੇ ਸਾਡਾ ਮਕਸਦ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾਉਣਾ ਨਹੀਂ ਸੀ। ਅਸੀਂ ਹਰ ਧਰਮ ਦਾ ਸਨਮਾਨ ਕਰਦੇ ਹਾਂ ਅਤੇ ਇਸ ਐਪੀਸੋਡ ਵਿੱਚ ਅਸੀਂ ਕਿਸੇ ਵੀ ਧਰਮ ਦਾ ਪੱਖ ਨਾ ਪੂਰਦੇ ਹੋਏ ਸੱਚ ਤੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੰਗ ਜਾਂ ਫਸਾਦ ਨਾਲ ਕਿਸੇ ਦਾ ਵੀ ਭਲਾ ਨਹੀਂ ਹੁੰਦਾ। ਦੁਨੀਆ ਵਿੱਚ ਅਮਨ ਤੇ ਸ਼ਾਂਤੀ ਬਣਾਉਣ ਵਾਸਤੇ ਸਾਡੇ ਵਾਸਤੇ ਜ਼ਰੂਰੀ ਹੈ ਕਿ ਕਿਸੇ ਦੇ ਵੀ ਬਹਿਕਾਵੇ ਵਿੱਚ ਨਾ ਆਈਏ ਤੇ ਆਪਸੀ ਪ੍ਰੇਮ ਪਿਆਰ ਤੇ ਸਦਭਾਵਨਾ ਬਣਾਈ ਰੱਖੀਏ। ਇਸ ਤਣਾਅ ਦੇ ਮਾਹੌਲ ਵਿੱਚ ਵੀ ਕੁਝ ਲੋਕਾਂ ਵੱਲੋਂ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਬਹੁਤ ਹੀ ਵਧੀਆ ਪ੍ਰੇਮ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਗਿਆ। ईद मुबारक जी। और जी ठीक हो? हम हैं चकदे टीवी कनाडा से, ठीक है जी। तो आज कैसा रहा आपका ईद का दिन? सर हम तो हॉस्पिटल चंडीगढ़ गए हुए थे, बस ट्रेन से आ रहे, बाहर से आए, 1 बजे के बाद आए हुए हैं। अच्छा, तो बच्चा हमारा जो सीरियस हो रहा है, लेकिन हम घर नहीं पहुंच पाए। बच्चा 1 बजे से यहाँ पड़े हो, सुबह 8 बजे से चले। तो आपने किसी प्रशासन वाले को किसी प्रशासन से कह रहे हैं, कोई सुन ही नहीं रहा। वो क्या कहते हैं? कह रहे हैं अभी 1 घंटे में भेजेंगे और 3 बज रहे हैं इस टाइम, हम 1 बजे का आए हुए हैं। ठीक है, तो क्या दिक्कत क्या होगी उसको? सर ये गाड़ियाँ भी खड़ी हैं, कह रहे हैं कि अभी भेजेंगे, कोई भेजना वाला नहीं। यहाँ पर जाना है हमें तो थाना मंडी में। ठीक है, तो आपके अभी तक प्रशासन ने कोई बात नहीं सुनी है? तो आप क्या इसका कारण ये समझते हैं जो यहाँ पर दंगा हुआ है कल? जो हमें तो मालूम नहीं सर, हम थे नहीं यहाँ पर। अच्छा, आपको ये नहीं पता यहाँ पर कर्फ्यू लगा हुआ था? ठीक है। तो आप इधर फिर कब से खड़े हैं? 1 बजे का आए। 1-1:30 बजे गाड़ी आ गई थी, 1 बजे राइट आ गई। मतलब आप यहाँ पर कम से कम 3:15 या 2.25 घंटे से यहीं पर खड़े हैं। अभी तक प्रशासन ने आपकी कोई खबर नहीं ली है? कोई खबर नहीं सुन रहा है यहाँ। तो आपने किससे कही ये बात वैसे? अभी एक दरोगा था, उससे भी कहा। कहाँ पर है दरोगा साहब? दरोगा साहब इधर खड़े थे, वो चले गए, यहाँ खड़े थे, कोई सुनने को तैयार ही नहीं है। तो वहाँ से रेफर करा के लाए, 8 बजे चले वहाँ से, और ये चंडीगढ़ का देखो वो है। तो इसके तो दम भी को खत्म होने वाले घर में। देखो कितना बुरा हाल हो रहा है बच्चे का, खड़ कर रहा हो, बुरा हाल हो चुका है इसका। अच्छा वाला लेके आए थे। चलो जी, हम अपनी तरफ से पूरी मदद करते हैं। इसको दिक्कत क्या हुई है वैसे? ये जब से हुआ ना, रोया ना, क्या बोल रहा है, इसके सांस भी नहीं आ रहा था, तो ट्यूब के जरिए ले रहे थे सांस। पाइप भी निकालना पड़ा मजबूरी में इसके, बच्चा मर ना जाए। गंदगी भर गई पाइप में। चलो हम ऐसे आपकी पूरी मदद करने की कोशिश करते हैं। तो आप चंडीगढ़ से सीधा आ रहे हैं? जी, चंडीगढ़ से आ रहे हैं। कितने जने हैं आप? ये तो लगभग 8-10 आदमी हैं सर। ठीक है, 50 आदमी खड़े हैं इसने जाने के। क्या आपको पता नहीं यहाँ पर कर्फ्यू लगा हुआ था? ना, ये मालूम नहीं था, यहाँ पर आके पता चला जमुनानगर में। उधर से वो तो PGI में थे ना। अच्छा, कब से गए हुए हैं आप? ये 11 दिन हो गया। 12 गैस की बीमारी है, पित्त में पथरियाँ हैं, उसकी वजह से तकलीफ की वजह से गए हुए थे वहाँ। आप भी चंडीगढ़ से आ रहे हो? चंडीगढ़ से आ रहे हैं। ठीक है, तो अब आपको परेशानी क्या हो रही है इधर? परेशानी तो सबको घर पहुंचना है, अपने अपने घरों तक पहुंच जाए। घर में खड़े होते हुए भी घर नहीं पहुंच पा रहे। 1 किलोमीटर पे घर है, लेकिन घर पर नहीं पहुंच पा रहे। ये प्रशासन की देन है कि मतलब जो है लोगों को रोक रखा सबको, कि बस यहाँ से आप पहुँच रहे, आप पहुँचाते हैं। हमारे बच्चे की हालत है कि क्या हमारे, हम घर पहुँच जाए किसी तरह से। ਤੁਸੀਂ ਜੋ ਕਹਿ ਰਹੇ ਹੋ
ਪ੍ਰਸ਼ਾਸਨ ਦਾ ਇੰਤਜ਼ਾਮ ਬਹੁਤ ਢਿੱਲਾ ਹੈਗਾ, ਉਹ ਕਿਸ ਤਰ੍ਹਾਂ ਢਿੱਲਾ ਹੈ? ਇਹ ਪੌਣੇ 2 ਵਜੇ ਤੋਂ ਬੱਸਾਂ ਇੱਥੇ ਖੜੀਆਂ ਨੇ ਤੇ ਸਵਾਰੀਆਂ ਇੰਨੀ ਪਰੇਸ਼ਾਨ ਹੋ ਰਹੀਆਂ, ਕਿਸੇ ਦੇ ਬੱਚੇ ਨੂੰ ਦਿੱਕਤ ਆ ਰਹੀ ਹੈ, ਕਿਸੇ ਨੂੰ ਕੁਝ ਦਿੱਕਤ ਆ ਰਹੀ ਹੈ। ਸਾਰੇ ਇਹਨਾਂ ਨੂੰ ਡਰਾਈਵਰ ਨੂੰ ਪੁੱਛ ਰਿਹਾ ਬਈ ਤੁਸੀਂ ਛੱਡ ਕੇ ਆਓ, ਇਹ ਕਹਿੰਦੇ ਜੀ ਅਸੀਂ ਹੁਣ ਛੱਡ ਕੇ ਨਹੀਂ ਆਵਾਂਗੇ ਜੀ, ਕਰਫਿਊ ਖੁੱਲ੍ਹ ਗਿਆ, ਜਿਵੇਂ ਮਰਜ਼ੀ ਜਾਓ। ਤੇ ਕਰਫਿਊ ਜਿੱਥੇ ਤੱਕ ਖੁੱਲ੍ਹਿਆ ਹੈ ਉੱਥੇ ਤੱਕ ਤਾਂ ਛੱਡ ਕੇ ਆਵੇਂ, ਜੇ ਉੱਥੇ ਤੱਕ ਵੀ ਨਹੀਂ ਜਾ ਰਹੇ ਨੇ। ਤੇ ਜੇ ਮੈਂ ਪੁੱਛਿਆ ਮੈਂ ਕਿਹਾ ਵੀ ਤੁਸੀਂ ਉੱਥੇ ਛੱਡ ਕੇ ਆਓ, ਕਹਿੰਦੇ ਡੀਐਮ ਤੋਂ ਗੱਲ ਕਰੋ ਜਾ ਕੇ। ਹੁਣ ਕਰਫਿਊ ਲੱਗਿਆ ਹੋਇਆ, ਅਸੀਂ ਆਪਣੇ ਘਰ ਜਾਵਾਂਗੇ ਕਿ ਡੀਐਮ ਕੋਲ ਜਾਵਾਂਗੇ ਗੱਲ ਕਰਨ ਵਾਸਤੇ? ਇਹਨਾਂ ਨੂੰ ਘੱਟ ਤੋਂ ਘੱਟ ਇਹ ਤਾਂ ਸੋਚਣਾ ਚਾਹੀਦਾ ਹੈ। ਗੌਰਮੈਂਟ ਨੇ ਜਿਹੜਾ ਇੰਤਜ਼ਾਮ ਕੀਤਾ ਹੈ, ਜਾਂ ਤਾਂ ਇਹ ਜਾਣਬੁੱਝ ਕੇ ਖਰਾਬ ਕਰ ਰਹੇ ਉਸ ਨੂੰ, ਜਾਂ ਫਿਰ ਉੱਪਰੋਂ ਦੀ ਮਤਲਬ ਇਹਨਾਂ ਨੂੰ ਕੁਝ ਮਨਾਏਗੀ ਕੀਤੀ ਹੋਈ ਹੈ ਬਈ ਤੁਸੀਂ ਇਸ ਤਰ੍ਹਾਂ ਨੂੰ ਪਰੇਸ਼ਾਨ ਕਰਕੇ ਰੱਖਿਓ। ਇਹ ਤਾਂ ਗੱਲ ਗਲਤ ਹੈ ਨਾ ਇਹਨਾਂ ਦੀ। ਕੁਝ ਨਹੀਂ ਹੈ। ਠੀਕ ਹੈ। ਤੇ ਹੋਰ ਤੁਸੀਂ ਇਹ ਹੋਰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ? ਖੜੇ ਨੇ ਸਾਰੇ ਉੱਥੇ ਦੇ ਨੇ, ਇਹ ਸਾਰੇ ਪਰੇਸ਼ਾਨ ਹੁੰਦੇ ਪਏ ਨੇ। ਠੀਕ ਹੈ ਜੀ। ਤੁਸੀਂ ਜਿਹੜੀ ਗੱਲ ਕਹੀ ਹੈ ਬਈ ਆਪਣੀ ਸਵਾਰੀ ਮੰਗਾ ਕੇ ਅਸੀਂ ਛੱਡ ਦਾਂਗੇ, ਉਹ ਤੁਹਾਡੀ ਬੜੀ ਮਿਹਰ ਹੈਗੀ। ਬਾਕੀ ਇਹਨਾਂ ਨੂੰ ਤਾਂ ਚਾਹੀਦਾ ਨਾ, ਜਿਹੜਾ ਪਹਿਲ ਕੰਮ ਇਹਨਾਂ ਦਾ ਹੈਗਾ। ठीक है, चलो ऐसी कोशिश करते हैं। आपको इस चीज़ की परमिशन बिल्कुल नहीं है? मैजिस्ट्रेट के साथ ही जाओगे आप? हमें निकलने ही नहीं देने के, बाहर नहीं निकलने देने के। अब मान लो 5 घंटे खड़े रहे यहाँ पर, मैजिस्ट्रेट साहब नहीं आए। ऐसे खड़े रहे रात में, क्या नाम, फिर मैं आया सरफराज खान जी, उन्होंने 4 घंटे में गाड़ी निकलवाई। फिर 5-6 गाड़ियाँ इकट्ठी होगी, 5-6 गाड़ी इकट्ठी। तो मैजिस्ट्रेट साहब को इतना नहीं पता भी आम लोग जो हैं वो परेशान हो रहे हैं, उनको कम से कम क्या कहें, चलो 15-20 10-15 जने इकट्ठे हो जाएं फिर तो जाना बनता है ना। प्रशासन है वो तो अपने हिसाब से चलेगा, हमारे हिसाब से थोड़े चलेगा। हमें उनके हिसाब से चलना है। अकेली गाड़ी अगर हमारे यहाँ गेट पे चलेगी, पुलिस वाला हमें यहाँ से बाहर नहीं निकलने देगा। नहीं, बिल्कुल पूरी भरी होगी तो ही जाओगे? नहीं, वो तो ऐसा है जैसे साथ में उनके 1 गाड़ी 2 गाड़ी जितनी भी सवारी है अपने साथ में लेकर चलते हैं। तो उनको कैसे पता लगता है भी यहाँ भी गाड़ी भर गई है? यहाँ पर उनकी गाड़ी RTO साहब की गाड़ी खड़ी है, वो खड़ी है सामने। मैं उन्हें फ़ोन करें या क्या करें। तो कितने जने हो गए आप सारे? काफ़ी आदमी है, 40-50 ਬੰਦੇ ਇਕੱਠੇ ਹੋ ਰਹੇ ਨੇ ਸਾਰੇ। ਤੁਸੀਂ ਐਂ ਕਰੋ, ਉੱਥੇ ਚਲੋ ਉਹਨਾਂ ਦੇ ਕੋਲ, ਉਹਨਾਂ ਨੂੰ ਕਹੋ ਵੀ ਇਹ ਬੰਦੇ ਹੋ ਗਏ, ਲੈ ਕੇ ਚਲੋ। ਸਾਰਿਆਂ ਨੂੰ ਚਲੋ ਆਵਾਜ਼ ਮਾਰੋ ਤੇ ਆਓ ਜਾਓ ਭਾਈ ਸਾਹਿਬ, ਆਓ ਜਾਓ। ईद ਲਈ ਕਰਫਿਊ ਖੁੱਲੇਗਾ ਜਾਂ ਨਹੀਂ ਖੁੱਲੇਗਾ, ਕੀ ਤੁਸੀਂ ਇਸ ਬਾਰੇ ਕੀ ਬਿਆਨ ਕਰਨਾ ਦੱਸਣਾ ਚਾਹੋਗੇ ਵੀ ਖੁੱਲਣਾ ਚਾਹੀਦਾ ਜਾਂ ਨਹੀਂ? ਫੈਸਟੀਵਲ ਖਰਾਬ ਨਹੀਂ ਕਰਨਾ ਚਾਹੁੰਦੇ ਜੀ। ਅਸੀਂ ਕਹਿੰਦੇ ਹਾਂ ਕਿ ਬੇਸ਼ੱਕ ਆਪਣਾ ਨਮਾਜ਼ ਪੜ੍ਹਨ, ਅਸੀਂ ਕਿਸੇ ਦਾ ਫੈਸਟੀਵਲ ਬਿਲਕੁਲ ਖਰਾਬ ਨਹੀਂ ਕਰਨਾ ਚਾਹੁੰਦੇ, ਨਾ ਸਾਡੇ ਦਿਲ 'ਚ ਹੈ, ਨਾ ਅਸੀਂ ਇੱਛਾ ਰੱਖਦੇ ਹਾਂ ਕਿਸੇ ਦਾ ਫੈਸਟੀਵਲ ਖਰਾਬ ਕਰੋ। ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਬਕੇ ਨੇ ਸਾਨੂੰ ਨੁਕਸਾਨ ਪਹੁੰਚਾਇਆ ਹੈ ਉਸ ਨੂੰ बड़ी तो बड़ी सजा मिलनी चाहिए। सजा मिलनी चाहिए ਜਿਹੜੇ ਬੰਦੇ ਨੇ ਆ ਕੰਮ ਕੀਤੇ ਨੇ, ਦੰਗਾਈਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣਾ ਈਦ ਦੀ ਨਮਾਜ਼ ਪੜ੍ਹਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਸ਼ਾਂਤੀ ਨਾਲ ਪੜ੍ਹਨ, ਕੋਈ ਦਿੱਕਤ ਨਹੀਂ। ਅਸੀਂ ਕੋਈ ਆਤੰਕਵਾਦ ਕੋਈ ਐਸੀ ਚੀਜ਼ ਨਾ ਫੈਲਾਉਣ ਜਿਹਦੇ ਨਾਲ ਸਾਨੂੰ ਪਰੇਸ਼ਾਨੀ ਹੋਵੇ। ਮੰਡਲ ਨੇ ਸਾਰੀ ਹਿੰਦੂਆਂ ਤੇ ਸਰਦਾਰਾਂ ਦੀ ਦੁਕਾਨਾਂ ਜਲਾਇਆ। ਉਸ ਤੋਂ ਬਾਅਦ ਫਿਰ ਸਰਦਾਰਾਂ ਨੂੰ ਕੋਈ ਮੌਕਾ ਮਿਲਿਆ, 1-2 ਦੁਕਾਨਾਂ ਉਹਨਾਂ ਨੇ ਵੀ ਜਲਾਈਆਂ ਮਾਉਂਡਨ ਦੀਆਂ। ਲੇਕਿਨ ਪਹਿਲ ਜਿਹੜੀ ਪੂਰਾ ਸ਼ਹਿਰ ਨੂੰ ਮਾਉਂਡਨ ਨੇ ਜਲਾ ਕੇ ਰੱਖਤਾ। ਇਸ ਟਾਈਮ ਪਤਾ ਨਹੀਂ ਅਰਬੋਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨਾਂ ਦਾ। ਕੱਪੜੇ ਦੀ ਦੁਕਾਨਾਂ ਲੁੱਟ ਲਈਆਂ, ਦੂਜੇ ਸਮਾਨ ਦੀ ਲੁੱਟ ਕੇ ਅੱਗ ਲਗਾ ਦਿੱਤਾ। ਸਿੱਖ ਕੌਮ ਤਾਂ ਫਿਰ ਵੀ ਨਾਲ ਹੈਗੀ, ਪ੍ਰਸ਼ਾਸਨ ਵੀ ਸਾਡੇ ਨਾਲ ਹੈਗਾ, ਕੋਈ ਦਿੱਕਤ ਨਹੀਂ ਸਾਨੂੰ ਹੋ ਰਹੀ। ਲੇਕਿਨ ਇਹ ਫਿਰ ਵੀ ਬਾਰ ਉੱਠ ਕੇ ਕਹਿੰਦੇ ਅਸੀਂ ਬਦਲਾ ਲਾਂਗੇ, ਅਸੀਂ ਮਾਰਾਂਗੇ, ਅਸੀਂ ਇਹ ਕਰਾਂਗੇ। ਲੇਕਿਨ ਅਸੀਂ ਫਿਰ ਵੀ ਸੋਚ ਰਿਹਾ ਬਈ ਭਾਈਚਾਰਾ ਬਣਿਆ ਰਹੇ। ਸਿੱਖ ਧਰਮ ਦੇ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਸਿਖਾਉਂਦਾ ਜਿਹੜਾ ਕਿ ਧਾਰਮਿਕ ਪੱਖੋਂ ਕੰਮ ਕਰਕੇ ਫਿਰ ਉਸ ਤੋਂ ਬਾਅਦ ਕੋਈ ਇਹੋ ਜਿਹਾ ਅਧਰਮ ਕੰਮ ਕਰੋ। ਸਾਡੇ ਵਿੱਚ ਇੱਦਾਂ ਦਾ ਕੋਈ ਨਹੀਂ ਹੈ, ਲੇਕਿਨ ਇਹਨਾਂ ਦੇ ਵਿੱਚ ਵੀ ਸ਼ਾਇਦ ਨਹੀਂ ਹੈ। ਲੇਕਿਨ ਇਹ ਫਿਰ ਵੀ ਉਹਦੀ ਗੱਲ ਨਾ ਮੰਨਦੇ ਹੋਏ, ਆਪਣੇ ਜਿਹੜੇ ਸ਼ਰੀਅਤ ਦੀ ਗੱਲ ਨਾ ਮੰਨਦੇ ਹੋਏ, ਇਹਨਾਂ ਨੇ ਜਾਣਬੁੱਝ ਕੇ ਅਜ਼ਾਨ ਦੇਣ ਤੋਂ ਬਾਅਦ ਇਹਨਾਂ ਸਾਰੇ ਇਕੱਠੇ ਹੋ ਕਰਕੇ ਇਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ। ਮੁਸਲਮਾਨਾਂ ਦੇ ਪ੍ਰਥਾ ਜਿਹੜੀ ਸਾਡੇ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮੁਸਲਮਾਨ ਮੋਮ ਦਿਲ ਹੋਵੇ, ਕਿ ਇਹੀ ਮੋਮ ਦਿਲ ਹੈ ਕਿ ਲੋਕਾਂ ਨੂੰ ਆ ਕਰਕੇ ਨਮਾਜ਼ ਪੜ੍ਹਨ ਤੋਂ ਬਾਅਦ ਫਿਰ ਲੋਕਾਂ ਨੂੰ ਆ ਕੇ ਮਾਰ ਕੁੱਟਣਾ, ਉਹਨਾਂ ਦੀ ਦੁਕਾਨਾਂ ਸਾੜਨੀ, ਉਹਨਾਂ ਦੇ ਉੱਤੇ ਪਥਰਾਵ ਕਰਨਾ, ਕਿ ਇਹੀ ਮੋਮ ਦਿਲ ਹੈ? ਮੈਂ ਨਹੀਂ ਸਮਝਦਾ ਬਈ ਇਹ ਮੋਮ ਦਿਲ ਹੋਵੇਗਾ। ਇਹ ਤਾਂ ਕੱਟੜਤਾ ਹੀ ਹੈ, ਇਹਨਾਂ ਦੇ ਵਿੱਚ ਨਫ਼ਰਤ ਤੇ ਇਹਨਾਂ ਦੇ ਵਿੱਚ ਹੋਰ ਕੁਛ ਨਹੀਂ ਮੈਂ ਸਮਝਦਾ ਜੋ ਇਹਨਾਂ ਦੇ ਵਿੱਚ ਹੈ। ਮੈਂ ਚਾਹਾਂਗਾ ਕਿ ਇਹਨਾਂ ਨੂੰ ਸਹੀ इस्लाम धारण करना चाहिए, ना कि नफरत फैलाना चाहिए। सहारनपुर में झगड़ा हो गया, एक जगह थी हिंदुओं की, मुसलमानों ने कब्जा किया हुआ था, तो हिंदुओं ने केस कर दिया। अंग्रेज का जमाना था, अदालत, वो मस्जिद बनाना चाहते थे, हिंदू मंदिर बनाना चाहते थे।
तो दोनों तरफ बात तपी हुई। तो आखिर वो जज ने कहा, भाई कोई ऐसा आदमी है, हिंदुओं से कहा, जो गवाही दे दे तो उसकी गवाही तुम कबूल कर लोगे? और मुसलमानों से भी पूछा तो हिंदुओं ने कहा, जी हाँ, मुफ्ती मुजफ्फर हुसैन साहब अगर गवाही दे दें कि जमीन मुसलमानों की है तो हम दे देंगे। तो मुसलमान बड़े खुश हो गए, मुफ्ती मुजफ्फर तो आखिर मुसलमान है तो हमारे हक में गवाही देगा। था उनका कब्जा नाजायज। तो जब वो अदालत में तशरीफ लाया, मुसलमान बड़े इत्मीनान का, हुण जनाब साढ़े हक च फैसला होना, क्योंकि आजकल सिर्फ सच को कौन देखता है। तो अंग्रेज जज ने पूछा, हाँ जी मुफ्ती साहब आप क्या कहते हैं? फरमाने लगे, देखो जज साहब, ये जमीन हिंदुओं की है और मुसलमानों ने कब्जा किया हुआ है। तो मुसलमानों ने गालियां निकालनी शुरू, वो यहूदियों वाला बन गया ना, गालियां निकालनी शुरू कर दी। तो अंग्रेज जज ने कहा, आज मुसलमान हार गए और इस्लाम जीत गया। आज मुसलमान हार गए और इस्लाम जीत गया। अपनी हार मान के इस्लाम को जिता था, सच बोल के इस्लाम को जिता था। ਇੱਥੇ ਅਸੀਂ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਤੁਹਾਨੂੰ ਇਹ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਜ਼ਰੂਰ ਦੱਸਣਾ। ਤੁਸੀਂ ਆਪਣੇ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਟੈਲੀਫੋਨ ਤੇ ਜਾਂ ਈਮੇਲ ਦੇ ਰਾਹੀਂ। ਮਿਲਦੇ ਹਾਂ ਤੁਹਾਨੂੰ ਫਿਰ ਇੱਕ ਨਵੇਂ ਸ਼ੋਅ ਦੇ ਵਿੱਚ ਨਵੇਂ ਗੱਲਬਾਤ ਦੇ ਮੁੱਦੇ ਦੇ ਨਾਲ। ਤਦ ਤੱਕ ਲਈ ਧੰਨਵਾਦ।